सतनाम श्री वाहिगुरु साहिब जी। गोविंदे मुकंदे उदारे अपारे, हरियं करियं नृनामे अकामे। गोविंदे मुकंदे उदारे अपारे, हरियं करियं नृनामे अकामे। वाहिगुरु जी का खालसा, वाहिगुरु जी की फतेह। हाँ जी। 9वां अध्याय। अष्टावक्रोवाच कृता कृते च द्वन्द्वान् कदा शान्तान् कस्य वा एवं ज्ञात्वा अह निर्वेदात् भव त्याग परो अवृति। ਸੋ 9ਵੇਂ ਅਧਿਆਏ ਦੇ ਵਿੱਚ ਜਿਵੇਂ ਅਸ਼ਟਾਵਕਰ ਮਹਾਰਾਜ ਨੇ ਜਨਕ ਜੀ ਨੂੰ ਦੱਸ ਦਿੱਤਾ ਹੈ ਕਿ ਮੁਕਤੀ ਦੇ ਸਾਧਨ ਕੀ ਨੇ, ਆਤਮ ਗਿਆਨ ਕੀ ਹੈ। ਹੁਣ ਇਸ ਗਿਆਨ ਨੂੰ ਟਿਕਾਉਣ ਦੇ ਲਈ ਇੱਕ ਟੂਲ ਕਹਿ ਲਓ, ਉਹ ਟੂਲ ਕੀ ਹੈ? ਉਹ ਵੈਰਾਗ ਹੈ। ਕਿ ਵੈਰਾਗ ਕਿਵੇਂ ਬਣਿਆ ਰਵੇ ਹਮੇਸ਼ਾ। ਜੇ ਵੈਰਾਗ ਬਣਿਆ ਰਿਹਾ ਤੇ ਫਿਰ ਆਤਮ ਗਿਆਨ ਦੇ ਵਿੱਚ ਤੁਸੀਂ ਸਥਿਤ ਰਹੋਗੇ। ਜੇ ਵੈਰਾਗ ਨਹੀਂ ਰਹਿੰਦਾ ਫਿਰ ਅਸੀਂ ਬਾਹਰ ਨੂੰ ਭੱਜ ਜਾਂਦੇ ਹਾਂ। ਸੋ ਹੁਣ ਵੈਰਾਗ ਕੀ ਹੈ, ਵਿਰਾਗ ਨੂੰ ਕਿਵੇਂ ਹਮੇਸ਼ਾ ਦ੍ਰਿੜ ਰੱਖਣਾ, ਉਹ ਸਮਝਾਉਣ ਲੱਗੇ ਅਸ਼ਟਵਕਰ ਮਹਾਰਾਜ। ਤੇ ਹੁਣ ਦੱਸਦੇ ਨੇ, ਪਹਿਲਾਂ ਵਿਰਾਗ ਸ਼ਬਦ ਆਪਾਂ ਇਹਦਾ ਅਰਥ ਕਰ ਲਈਏ। ਵੈਰਾਗ, ਵੈਰਾਗ ਦੇ ਅਰਥ ਹੁੰਨੇ ਬਿਨਾਂ ਰਾਗ ਦੇ। ਠੀਕ ਹੈ ਜੀ। ਹੁਣ ਰਾਗ ਕੀ ਹੈ? ਜਿੰਨਾ ਵੀ ਦੁਐਤ ਦੇ ਵਿੱਚ ਆਪਾਂ ਜੋ ਵੀ ਚੀਜ਼ ਦੇਖਦੇ ਹਾਂ ਨਾ, ਕਿ ਮੈਂ ਕਿਸੇ ਚੀਜ਼ ਦਾ ਭੋਗ ਕਰ ਰਿਹਾ ਹਾਂ, ਉੱਥੇ ਰਾਗ ਦਾ ਉਤਪੰਨ ਹੋ ਜਾਂਦਾ ਹੈ। ਠੀਕ ਹੈ। ਆਪਾਂ ਸ਼ਬਦ ਸੁਣਦੇ ਹਾਂ, ਰਾਗੀ ਸਿੰਘ ਕੀਰਤਨ ਕਰਦੇ ਹਾਂ, ਉਸ ਰਾਗ ਨੂੰ ਵੀ ਮੈਂ ਭੋਗ ਰਿਹਾ ਹਾਂ, ਮੈਂ ਸੁਣ ਰਿਹਾ ਹਾਂ, ਮੈਂ ਦ੍ਰਿਸ਼ ਦੇਖ ਰਿਹਾ ਹਾਂ, ਹੈਨਾ, ਮੈਂ ਆਰਤੀ ਕਰ ਰਿਹਾ ਹਾਂ, ਮੈਂ ਪਾਠ ਕਰ ਰਿਹਾ ਹਾਂ, ਮੈਂ ਚੰਗੇ ਪਦਾਰਥ ਖਾ ਰਿਹਾ ਹਾਂ। ਜਿਸ ਚੀਜ਼ ਦੇ ਵਿੱਚੋਂ ਅਸੀਂ ਰਸ ਭੋਗਣ ਵਾਲੇ ਹੋ ਜਾਂਦੇ ਹਾਂ, ਉਹਨੂੰ ਆਪਾਂ ਰਾਗ ਕਹਿ ਦਿੰਦੇ ਹਾਂ। ਤੇ ਵੈਰਾਗ ਉਹ ਨੇ ਜਿੱਥੇ ਮੈਂ ਨਹੀਂ ਰਹਿੰਦੀ, ਭਾਵ ਹਉਮੈ ਨੂੰ ਨਾਸ਼ ਕਰਕੇ ਵੈਰਾਗ ਨੂੰ ਅਸੀਂ ਪ੍ਰਾਪਤ ਕਰਦੇ ਹਾਂ। ਇੱਥੇ ਮੈਂ ਨਹੀਂ ਰਹਿੰਦੀ, ਉੱਥੇ ਤੂੰ ਹੀ ਹੋ ਜਾਂਦਾ ਹੈ। ਭਾਵ ਮੈਂ ਤਾਂ ਹੈ ਹੀ ਨਹੀਂ ਕੁਛ, ਜੋ ਹੈ ਗੁਰੂ ਹੈ। ਹਮੇਸ਼ਾ ਜੇ ਮੈਂ ਕੁਝ ਖਾ ਰਿਹਾ ਤੇ ਮੈਂ ਨਹੀਂ ਖਾ ਰਿਹਾ, ਮੇਰੇ ਗੁਰੂ ਛਕ ਰਿਹਾ ਮੇਰੇ ਵਿੱਚੋਂ। ਮੈਂ ਪਾਠ ਕਰ ਰਿਹਾ ਤੇ ਫਿਰ ਗੁਰੂ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਮੈਂ ਸੇਵਾ ਕਰ ਰਿਹਾ ਤੇ ਮੈਂ ਨਹੀਂ ਕਰਦਾ, ਗੁਰੂ ਆਪ ਕਰਦਾ, ਕਿਉਂਕਿ ਆਪੇ ਗੁਰਚੇਲਾ ਹੈ। ਠੀਕ ਹੈ। ਸਿੱਖ ਦੇ ਵਿੱਚ ਗੁਰੂ ਹੀ ਬੈਠਾ ਹੈ ਨਾ। ਸੋ ਇਵੇਂ ਇਸ ਨੂੰ, ਇਸ ਸ਼ਬਦ ਨੂੰ ਫਿਰ ਆਪਾਂ ਸਮਝਦੇ ਹਾਂ, ਇਹ ਵੈਰਾਗ ਹੈ। ਭਾਵ ਜਦ ਆਪਾਂ ਦੁਐਤ ਤੋਂ ਪਰੇ ਹੋ ਜਾਈਏ, ਕਰਤਾ ਤੇ ਭੋਗਤਾ ਤੋਂ ਆਪਣੇ ਆਪ ਨੂੰ ਅਲੱਗ ਕਰ ਲਈਏ ਤੇ ਆਤਮ ਗਿਆਨ ਦੇ ਵਿੱਚ ਸਥਿਤ ਹੋ ਜਾਈਏ, ਤੇ ਇਹ ਕਹਿ ਰਹੀਏ ਕਿ ਹਰ ਇੱਕ ਕਰਨ ਵਾਲਾ, ਭੋਗਣ ਵਾਲਾ ਮੇਰਾ ਗੁਰੂ ਹੈ, ਫਿਰ ਆਪਾਂ ਵੈਰਾਗ ਦੇ ਵਿੱਚ ਸਥਿਤ ਹੁੰਦੇ ਹਾਂ। ਸੋ ਇੱਥੇ ਅਸ਼ਟਾਵਕਰ ਮਹਾਰਾਜ ਦੱਸ ਰਹੇ ਨੇ ਕਿ ਕੀਤਾ ਅਣਕੀਤਾ, ਜਿਹਦਾ ਆਪਾਂ ਪਹਿਲਾਂ ਵਿਚਾਰ ਕਰ ਲਿਆ ਵੈਰਾਗ ਸ਼ਬਦ ਦਾ ਹੀ। ਜਦ ਵੀ ਅਸੀਂ ਦੋ ਚੀਜ਼ਾਂ ਸੋਚਣ ਲੱਗ ਜਾਂਦੇ ਹਾਂ ਨਾ, ਕਿ ਅੱਜ ਮੈਂ ਇੰਨਾ ਕੰਮ ਕਰ ਲਿਆ, ਕੱਲ ਨੂੰ ਮੈਂ ਇਹ ਕਰਾਂਗਾ, ਜਾਂ ਮੇਰਾ ਫਲਾਣਾ ਕੰਮ ਰਹਿੰਦਾ ਹਜੇ, ਉਹਨੂੰ ਮੈਂ ਪਹਿਲਾਂ ਨਿਪਟਾ ਲਵਾਂ। ਇਹ ਜਿਹੜੀ ਸਾਡੇ ਮਨ ਦੇ ਵਿੱਚ ਦਵੰਦ ਬਣੀ ਹੋਈ ਹੈ, ਇਹ ਸੋਚ ਬਣਿਆ ਹੋਇਆ ਨਾ, ਕੀਤਾ ਅਣਕੀਤਾ ਦੋ ਹੀ ਕੰਮ ਨੇ। ਇਹਦੇ ਉੱਤੇ ਸਾਰਾ ਸੰਸਾਰ ਕੰਮ ਕਰੀ ਜਾਂਦਾ ਹੈ ਨਾ। ਮੈਂ ਕਰਨਾ ਤੇ ਹਜੇ ਨਹੀਂ ਕੀਤਾ, ਮੈਂ ਹਜੇ ਪਾਠ ਨਹੀਂ ਕੀਤਾ। ਜੇ ਮੈਂ ਪਾਠ ਕਰ ਵੀ ਲਿਆ ਤੇ ਇਹ ਇੰਨੇ ਪਾਠ ਮੈਂ ਨਹੀਂ ਕੀਤੇ, ਇੰਨੇ ਹੋਰ ਕਰਨੇ ਚਾਹੀਦੇ ਸੀ। ਭਾਵ ਕਰਕੇ ਵੀ ਉਹ ਅਣਕੀਤਾ ਸਮਝਦਾ ਹੈ। ਇਹ ਜਿਹੜਾ ਦਵੰਦ ਬਣਿਆ ਹੋਇਆ ਹੈ ਮਨ ਦੇ ਵਿੱਚ, ਇਸ ਤੋਂ ਪਰੇ ਉੱਠਣਾ ਹੈ। ਕਹਿੰਦੇ ਨੇ ਕਿ ਅਤੇ ਦਵੰਦ ਜਦੋਂ ਅਤੇ ਕਿਸ ਦੇ ਸ਼ਾਂਤ ਹੁੰਦੇ ਹਨ। ਇਹ ਦਵੰਦ ਕਿਹਦਾ ਸ਼ਾਂਤ ਹੋਇਆ ਹੈ? ਭਾਵ ਕਿਸੇ ਦਾ ਸ਼ਾਂਤ ਨਹੀਂ ਹੋਇਆ। ਸੰਸਾਰ ਦੇ ਵਿੱਚ ਵੱਡੇ ਵੱਡੇ ਪੀਰ ਪੈਗੰਬਰ ਵੀ ਆਏ, ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸੋਚਿਆ ਕਿ ਇੰਨਾ ਕੰਮ ਮੇਰਾ ਹੋ ਗਿਆ, ਇੰਨਾ ਕੰਮ ਮੇਰਾ ਹਜੇ ਨਹੀਂ ਹੋਇਆ। ਠੀਕ ਹੈ ਜੀ। ਤ੍ਰੇਤਾ ਯੁੱਗ ਦੇ ਵਿੱਚ ਰਾਮ ਜੀ ਵੀ ਆਏ ਸੀਗੇ, ਤੇ ਰਾਮ ਜੀ ਦਾ ਜਿਹੜਾ ਲਿਖਿਆ ਹੋਇਆ ਸੀ ਨਾ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ, ਕਿ ਉਹਨਾਂ ਨੇ ਇੰਨੇ ਬਰਸ, ਇੰਨੇ ਹਜ਼ਾਰ ਸਾਲ ਰਹਿਣਾ ਸੀ, ਉਸ ਤੋਂ ਥੋੜੇ ਜਿਹੇ ਹਜ਼ਾਰ ਸਾਲ ਹੋਰ ਰੁਕ ਗਏ ਹੋ, ਇਹੀ ਸੋਚ ਕਰਕੇ ਕਿ ਮੈਂ ਹਜੇ ਪ੍ਰਜਾ ਨੂੰ ਸੁੱਖ ਦੇਣਾ। ਭਾਵ ਜਦ ਸਮਾਂ ਆ ਗਿਆ ਤੇ ਸਮਾਂ ਦੇ ਅਨੁਸਾਰ ਵੀ ਆਪਣਾ ਜਿਹੜਾ ਕੰਮ ਸੀ ਉਹ ਪੂਰਾ ਨਹੀਂ ਸਮਝਿਆ, ਫਿਰ ਵੀ ਸੋਚਿਆ ਕਿ ਮੈਂ ਹਜੇ ਹੋਰ ਰੁਕਣਾ ਤੇ ਪ੍ਰਜਾ ਨੂੰ ਸੁੱਖ ਦੇਣਾ।
ਸੋ ਫਿਰ ਵੀ ਇਹ ਕੀਤਾ ਤੇ ਅਣਕੀਤਾ ਦੇ ਜੋ ਚੀਜ਼ਾਂ ਜਿਹੜੀਆਂ ਨੇ ਕਿਸੇ ਦੀ ਨਹੀਂ ਮੁੱਕਦੀਆਂ। ਜੋ ਵੀ ਰੂਪ ਲੈ ਕਰਕੇ ਸੰਸਾਰ ਦੇ ਵਿੱਚ ਆਇਆ ਹੈ ਉਹ ਹਮੇਸ਼ਾ ਇਹਨਾਂ ਦੋ ਚੀਜ਼ਾਂ ਦੇ ਵਿੱਚ ਅਟਕਿਆ ਰਹਿੰਦਾ ਹੈ ਕਿ ਇੰਨਾ ਕੰਮ ਮੇਰਾ ਹੋ ਗਿਆ, ਇੰਨਾ ਹਜੇ ਰਹਿੰਦਾ ਹੈ। ਸੋ ਅਰਥਾਤ ਇਹ ਕੰਮ ਕਿਸੇ ਦਾ ਨਹੀਂ ਮਿਟਦਾ। ਇਹ ਜਾਣ ਕੇ ਇੱਥੇ ਸੰਸਾਰ ਤੋਂ ਉਪਰਾਮ ਹੋ ਜਾਵੇ ਤੇ ਤਿਆਗ ਦੀ ਅਵਸਥਾ ਦੇ ਵਿੱਚ ਜਦ ਰਹੇ। ਹੁਣ ਤਿਆਗ ਕੀ ਹੈ? ਤਿਆਗ ਨੂੰ ਆਪਾਂ ਸਮਝੀਏ। ਮਹਾਰਾਜ ਕਹਿੰਦੇ ਨੇ ਹਉਮੈ ਕਰੈ ਕਰਾਵੈ ਹਉਮੈ। ਜਦ ਵੀ ਅਸੀਂ ਕੋਈ ਕਾਰਜ ਛੇੜਦੇ ਹਾਂ, ਉਹ ਕਾਰਨ ਛੇੜਨ ਦਾ ਸਾਡਾ ਮਤਲਬ ਕੀ ਹੈ? ਮੈਂ ਉੱਠ ਕਰਕੇ ਕੋਈ ਸੇਵਾ ਕਰਨ ਲੱਗ ਜਾਵਾਂ, ਪਹਿਲਾਂ ਮੇਰੇ ਮਨ ਦੇ ਵਿੱਚ ਇਹ ਸੇਵਾ ਕਰਨ ਦੀ ਭਾਵਨਾ ਕਿੱਥੋਂ ਉਤਪੰਨ ਹੋਈ ਤੇ ਮੈਂ ਫਿਰ ਇਹ ਕਿਉਂ ਸੋਚਿਆ ਕਿ ਮੈਨੂੰ ਉੱਠ ਕਰਕੇ ਹੁਣ ਕਰਨਾ ਚਾਹੀਦਾ ਹੈ? ਫਿਰ ਤੀਜੀ ਚੀਜ਼, ਜਦ ਮੈਂ ਕਰ ਰਿਹਾ ਹਾਂ ਕੋਈ ਕਾਰਜ, ਉਸ ਕਾਰਜ ਨੂੰ ਕਰਦੇ ਹੋਏ ਮੈਂ ਇਹ ਕਿਉਂ ਸੋਚ ਰਿਹਾ ਕਿ ਮੈਂ ਕਰ ਰਿਹਾ ਹਾਂ? ਫਿਰ ਜਦ ਕਾਰਜ ਸਮਾਪਤ ਹੋ ਗਿਆ, ਚੌਥੀ ਚੀਜ਼ ਆਪਾਂ ਉੱਥੇ ਸੋਚ ਰਹੇ ਹਾਂ ਕਿ ਮੈਂ ਕਾਰਜ ਕੀਤਾ ਸੀ, ਉਹ ਹੁਣ ਵਧੀਆ ਹੋਇਆ ਕਿ ਨਹੀਂ ਹੋਇਆ, ਭਾਵ ਕੀਤਾ ਅਣਕੀਤਾ ਦੇ ਵਿੱਚ ਫਿਰ ਆਪਾਂ ਸੋਚਣ ਲੱਗ ਗਏ। ਸੋ ਸਭ ਤੋਂ ਪਹਿਲਾਂ ਇਹ ਵਿਚਾਰ ਸ਼ੁਰੂ ਹੀ ਕਿੱਥੋਂ ਹੋਈ ਹੈ? ਇਹਨੂੰ ਕਹਿੰਦੇ ਮਹਾਰਾਜ ਹਉਮੈ ਕਰੈ ਕਰਾਵੈ ਹਉਮੈ। ਚੰਗੀ ਤੋਂ ਚੰਗੀ ਚੀਜ਼ ਵੀ ਜਦ ਆਪਾਂ ਕਰਨ ਨੂੰ ਉੱਠਦੇ ਹਾਂ, ਉਹਦੇ ਪਿੱਛੇ ਹਉਮੈ ਹੁੰਦੀ ਹੈ। ਜੇ ਹਉਮੈ ਨਾ ਹੋਵੇ ਤੇ ਸਰੀਰ ਦੇ ਵਿੱਚੋਂ ਕੋਈ ਕੰਮ ਨਹੀਂ ਹੋਣੇ। ਨਾ ਸਵਾਸ ਲੈ ਹੋਣੇ ਆ, ਨਾ ਦਿਲ ਦੇ ਵਿੱਚ ਧੜਕਣ ਹੋਊਗੀ, ਨਾ ਅਸੀਂ ਰੋਟੀ ਖਾਣ ਦੇ ਵਿੱਚ ਰੁਚੀ ਰਹੂਗੀ, ਨਾ ਤੁਰਨ ਫਿਰਨ ਦੇ ਵਿੱਚ ਰੁਚੀ ਰਹੂਗੀ। ਭਾਵ ਦਵੰਦ ਕਿਸੇ ਦਾ ਨਹੀਂ ਮਿਟਦਾ। ਫਿਰ ਵੈਰਾਗ ਨੂੰ ਕਿਵੇਂ ਪ੍ਰਾਪਤ ਕਰੀਏ? ਕਿਉਂਕਿ ਵੈਰਾਗ ਤਾਂ ਉਹ ਚੀਜ਼ ਹੈ ਜਿੱਥੇ ਦਵੰਦ ਹੈ ਨਹੀਂ। ਕੀਤਾ ਅਣਕੀਤਾ ਨਾ ਹੋਵੇ, ਉਹਨੂੰ ਕਹਿੰਦੇ ਆ ਕਿ ਵੈਰਾਗ ਨੂੰ ਪਾ ਲਿਆ। ਸੋ ਮਹਾਰਾਜ ਅੱਗੇ ਕਹਿੰਦੇ ਨੇ ਕਿ ਕਰਮ ਅਕਰਮ ਵਿਚਾਰੀਐ, ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਕਹਿੰਦੇ ਨੇ ਕਰਮ ਅਕਰਮ ਵਿਚਾਰੀਐ। ਹੁਣ ਕਰਮ ਕੀ ਹੈ ਤੇ ਅਕਰਮ ਕੀ ਨੇ, ਇਹਨਾਂ ਦਾ ਵਿਚਾਰ ਕਰੋ। ਕਰਮ ਉਹ ਹੈ ਜੋ ਸਾਨੂੰ ਸਰੀਰ ਦੇ ਵਿੱਚੋਂ ਜੋ ਦਿਸ ਰਿਹਾ ਹੈ, ਜੋ ਦਿਸਣ ਦੇ ਵਿੱਚ ਆਉਂਦਾ ਹੈ, ਸਾਨੂੰ ਦਿਸ ਰਿਹਾ ਹੈ ਜਾਂ ਲੋਕਾਂ ਨੂੰ ਦਿਸ ਰਿਹਾ ਹੈ, ਉਹ ਕਰਮ ਕਹਿਲਾਉਂਦੇ ਨੇ। ਅਕਰਮ ਕੀ ਨੇ? ਆਤਮਾ। ਆਤਮਾ ਤਾਂ ਕਿਸੇ ਨੂੰ ਨਹੀਂ ਦਿਸ ਰਹੀ। ਜਿਹੜੀ ਚੀਜ਼ ਦ੍ਰਿਸ਼ਟ ਅਗੋਚਰ ਹੈ, ਅੱਖਾਂ ਦੇ ਸਾਹਮਣੇ ਨਹੀਂ ਆਉਂਦੀ ਤੇ ਇੰਦਰੀਆਂ ਦਾ ਵਿਸ਼ਾ ਨਹੀਂ, ਉਹ ਅਕਰਮ ਕਹਿਲਾਉਂਦੀ ਹੈ। ਭਾਵ ਉਹ ਤੋਂ ਸਾਰੇ ਇਹ ਕਹਿੰਦੇ ਕਿ ਆਤਮਾ ਤਾਂ ਕੋਈ ਕਰਮ ਨਹੀਂ ਕਰ ਰਹੀ, ਕਿਉਂਕਿ ਸਰੀਰ ਹੀ ਦਿਸ ਰਿਹਾ ਹੈ। ਸਰੀਰ ਦੇ ਇੱਕ ਸਾਰੇ ਲੋਕ ਕਹਿੰਦੇ ਨੇ ਕਿ ਸਰੀਰ ਕਰ ਰਿਹਾ ਹੈ। ਮਹਾਰਾਜ ਕਹਿੰਦੇ ਇਹਦਾ ਚੰਗੀ ਤਰ੍ਹਾਂ ਵਿਚਾਰ ਕਰ ਲਓ। ਸੰਕਾ ਸੁਨ ਵੇਦ ਪੁਰਾਣ। ਫਿਰ ਵੇਦ ਪੁਰਾਣਾ ਦਾ ਪਾਠ ਕਰਕੇ, ਗੁਰਬਾਣੀ ਦਾ ਪਾਠ ਕਰਕੇ ਇਸ ਸ਼ੰਕੇ ਨੂੰ ਮਨ ਚੋਂ ਕੱਢ ਲਓ ਕਿ ਕਰਤਾ ਕੌਣ ਹੈ? ਫਿਰ ਅਕਰਮ ਤੋਂ ਉਹ ਹੋਇਆ ਆਤਮਾ। ਫਿਰ ਕਰਤਾ ਕੌਣ ਹੈ? ਕਰਤਾ ਹੈ ਆਤਮਾ ਤੋਂ ਸ਼ਕਤੀ ਲੈ ਕਰਕੇ, ਸ਼ਕਤੀ ਰੂਪ ਜਿਹੜੀ ਹੈ ਉਹ ਕਰਮ ਕਰਦੀ ਹੈ, ਉਹਨੂੰ ਕਹਿੰਦੇ ਨੇ ਕਰਤਾ। ਕਿਉਂਕਿ ਜਦ ਆਪਾਂ ਜਾਪ ਸਾਹਿਬ ਦੀ ਸੰਥਿਆ ਕਰ ਰਹੇ ਸੀ, ਮਹਾਰਾਜ ਨੇ ਕਿਹਾ ਕਿ ਕਰਮ ਨਾਮ ਵਰਣਤ ਸੁਮਤ। ਜੋ ਅਕਾਲ ਪੁਰਖ ਦੀ ਸ਼ਕਤੀ ਤੋਂ ਜੋ ਕੋਈ ਕਿਰਿਆ ਹੁੰਦੀ ਹੈ, ਉਸ ਨੂੰ ਆਪਾਂ ਕਰਤਾ ਕਹਿੰਦੇ ਹਾਂ। ਤੇ ਅਕਾਲ ਪੁਰਖ ਦੀ ਸ਼ਕਤੀ ਬਿਨਾਂ ਆਗਿਆ ਦੇ, ਭਾਵ ਆਤਮ ਪਰਮਾਤਮਾ ਦੇ ਆਗਿਆ ਦੇ ਬਿਨਾਂ ਕੋਈ ਕਾਰਜ ਕਰ ਨਹੀਂ ਸਕਦੀ। ਉਹ ਵੀ ਜੜ ਹੈ। ਸ਼ਕਤੀ ਨੂੰ ਵੀ ਜੜ ਕਹਿੰਦੇ ਨੇ, ਕਿਉਂਕਿ ਉਹ ਸ਼ਕਤਾ ਦੇ ਬਿਨਾਂ ਚੱਲ ਨਹੀਂ ਸਕਦੀ। ਪਰ ਸ਼ਕਤਾ ਨੂੰ ਬਿਨਾਂ ਸ਼ਕਤੀ ਤੋਂ ਜਾਣਿਆ ਨਹੀਂ ਜਾਂਦਾ। ਇਸ ਕਰਕੇ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਦੀ ਦੋਨੋਂ ਹੀ ਮਹਾਨਤਾ ਹੈ। ਜੇ ਸਿਰਫ ਅਕਾਲ ਪੁਰਖ ਨਿਰੰਕਾਰ ਰੂਪ ਦੇ ਵਿੱਚ ਹੁੰਦਾ, ਸਰਗੁਣ ਰੂਪ ਨਾ ਪਸਾਰਦਾ, ਸ੍ਰਿਸ਼ਟੀ ਨਾ ਰਚਦਾ, ਤੇ ਫਿਰ ਅਕਾਲ ਪੁਰਖ ਨੂੰ ਕਰਤਾ ਪੁਰਖ ਜਾਣ ਕਰਕੇ ਕੌਣ ਕਹਿੰਦਾ? ਭਾਵ ਕਿਉਂਕਿ ਕੋਈ ਦੂਜਾ ਹੋਣਾ ਚਾਹੀਦਾ ਸੀ ਇਹਨੂੰ ਕਹਿਣ ਲਈ, ਉਹਨੂੰ ਅਹਿਸਾਸ ਕਰਨ ਲਈ। ਸੋ ਪਹਿਲਾਂ ਤਾਂ ਉਹ ਅਕਰਮ ਰੂਪ ਦੇ ਵਿੱਚ ਹੀ ਸੀ। ਫਿਰ ਆਪਣੀ ਜਦ ਸ਼ਕਤੀ ਬਣਾ ਲਈ, ਫਿਰ ਕਰਮਾਂ ਦਾ ਜਿਹੜਾ ਸੰਸਾਰ ਮਹਾਰਾਜ ਨੇ ਰਚਤਾ। ਸੋ ਪਾਠ ਕਰਕੇ ਇਹਨਾਂ ਸ਼ਬਦਾਂ ਦਾ ਤੁਸੀਂ ਧਿਆਨ ਕਰੋ, ਚਿੰਤਨ ਕਰੋ। ਮਹਾਰਾਜ ਅੱਗੇ ਕਹਿੰਦੇ ਨੇ ਕਿ ਸੰਸਾ ਸਦ ਹਿਰਦੈ ਬਸੈ, ਕੌਣ ਹਰਿ ਅਭਿਮਾਨ। ਇਹ ਸੰਸਾ ਜਿਹੜਾ ਬਣਿਆ ਰਹਿੰਦਾ ਹੈ ਕਈਆਂ ਦੇ ਮਨ ਦੇ ਵਿੱਚ ਕਿ ਮੈਂ ਹੀ ਸ਼ਾਇਦ ਕਰਤਾ ਹਾਂ, ਭਾਵ ਸਰੀਰ ਨੂੰ ਕਰਤਾ ਮੰਨਦੇ ਨੇ।
ਪਰ ਸਰੀਰ ਤਾਂ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਕਿ ਤੇ ਪੰਜ ਤੱਤ ਤਾਂ ਸ੍ਰਿਸ਼ਟੀ ਦੇ ਵਿੱਚ ਹਰ ਜਗ੍ਹਾ ਹੀ ਨੇ, ਪਰ ਉਹ ਤਾਂ ਸਾਨੂੰ ਚੱਲਦੇ ਫਿਰਦੇ ਦਿਸਦੇ ਨਹੀਂ, ਉਹ ਬੋਲਦੇ ਵੀ ਨਹੀਂ ਦਿਸਦੇ, ਸੁਣਾਈ ਨਹੀਂ ਦਿੰਦੇ ਹੋ ਕਿ ਗੱਲਬਾਤ ਕਰਦੇ ਹੋਏ। ਭਾਈ ਗੁਰਦਾਸ ਜੀ ਮਹਾਰਾਜ ਆਪਣੇ ਪਹਿਲੀ ਵਾਰ ਦੇ ਵਿੱਚ ਹੀ ਇਹ ਸੰਸਾ ਜਿਹੜਾ ਮਿਟਾ ਦਿੰਦੇ ਨੇ, ਕਹਿੰਦੇ ਨੇ ਕਿ ਮਹਾਰਾਜ ਨੇ ਪੰਜ ਤੱਤਾਂ ਦੀ ਰਚਨਾ ਕੀਤੀ, ਇਹ ਜੜ ਸਰੂਪ ਨੇ, ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਛੇਵਾਂ ਤੱਤ ਰਲਾਇਆ, ਭਾਵ ਆਪਣੀ ਆਤਮ ਜੋਤ ਦਾ ਪ੍ਰਗਟਾਵਾ ਕੀਤਾ। ਪਰਮਾਤਮਾ ਆਤਮ ਰੂਪ ਹੋ ਕਰਕੇ ਪੰਜਾਂ ਤੱਤਾਂ ਦੇ ਵਿੱਚ ਜਦ ਨਿਵਾਸ ਕਰਦਾ ਹੈ, ਆਪਣਾ ਆਪਣਾ ਹਿਰਦੇ ਦੇ ਵਿੱਚ ਨਿਵਾਸ ਬਖਸ਼ਦਾ ਹੈ ਜੀਵ ਦੇ, ਫਿਰ ਉਹਦੇ ਵਿੱਚੋਂ ਹਰਕਤ ਹੁੰਦੀ ਹੈ, ਸ਼ਕਤੀ ਉੱਥੋਂ ਨਿਕਲਦੀ ਹੈ, ਫਿਰ ਉਸ ਸ਼ਕਤੀ ਤੋਂ ਦੁਆਰਾ ਕਰਮ ਕੀਤੇ ਜਾਂਦੇ ਹਨ। ਤੇ ਅਭਿਮਾਨ ਮਿਟਾਉਣਾ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਸਰੀਰ ਨਹੀਂ ਸਮਝਣਾ, ਆਪਣੇ ਮੂਲ ਤੱਤ ਨੂੰ ਪਛਾਣ ਲੈਣਾ। ਸੰਸਾ ਸਦ ਹਿਰਦੈ ਬਸੈ, ਸਾਰੇ ਇਹ ਸੋਚਦੇ ਆ ਕਿ ਸਰੀਰ ਕਰਦਾ ਹੈ, ਪਰ ਮਹਾਰਾਜ ਕਹਿੰਦੇ ਨੇ ਕੌਣ ਹਿਰੈ ਅਭਿਮਾਨ, ਉਹ ਵਿਰਲੇ ਹੀ ਨੇ ਜਿਨ੍ਹਾਂ ਨੇ ਆਪਣਾ ਅਭਿਮਾਨ ਨਸ਼ਟ ਕੀਤਾ ਹੈ, ਜਿਨ੍ਹਾਂ ਨੇ ਆਪਣੇ ਆਤਮ ਗਿਆਨ ਨੂੰ ਪਛਾਣਿਆ, ਆਤਮ ਸਰੂਪ ਨੂੰ ਜਾਣ ਲਿਆ ਹੈ। ਹਾਂਜੀ, ਮਹਾਰਾਜ ਕਹਿੰਦੇ ਸੰਸਾ ਇਹੋ ਸੰਸਾਰ ਹੈ। ਹੁਣ ਸੰਸਾਰ ਕੀ ਹੈ? ਜਿੱਥੇ ਸੰਸਾ ਹੋਵੇ ਉਹਨੂੰ ਸੰਸਾਰ ਕਹਿੰਦੇ ਨੇ। ਜਿਵੇਂ ਆਪਾਂ ਪਹਿਲਾਂ ਇਹਦਾ ਵਿਚਾਰ ਕੀਤਾ ਕਿ ਰਜੂ ਦੇ ਵਿੱਚ ਸੱਪ ਨੂੰ ਦੇਖ ਲੈਣਾ ਇਹ ਸੰਸਾ ਹੈ, ਰੱਸੀ ਦੇ ਵਿੱਚ ਸੱਪ ਨੂੰ ਦੇਖਣਾ, ਅਹਿਸਾਸ ਕਰਨਾ, ਇਹ ਤਾਂ ਸੰਸਾ ਹੈ। ਪਰ ਜਦ ਰੌਸ਼ਨੀ ਕੀਤੀ ਤੇ ਰੱਸੀ ਨੂੰ ਰੱਸੀ ਦੇ ਰੂਪ ਦੇ ਵਿੱਚ ਹੀ ਦੇਖਿਆ, ਤੇ ਹੁਣ ਸੰਸਾ ਰਿਹਾ ਨਹੀਂ। ਇਵੇਂ ਸੰਸਾਰ ਨੂੰ ਅਸੀਂ ਦੂਜਾ ਰੂਪ ਕਰਕੇ ਜਦ ਤੱਕ ਮੰਨਦੇ ਹਾਂ, ਸੰਸਾ ਬਣਿਆ ਰਹੂਗਾ। ਦੁਸ਼ਮਣਾਂ ਨੂੰ ਦੁਸ਼ਮਣ ਦੇ ਰੂਪ ਦੇ ਵਿੱਚ ਦੇਖਦੇ ਹਾਂ, ਸੰਸਾ ਬਣਾ ਰਹੂਗਾ। ਦੋਸਤਾਂ ਮਿੱਤਰਾਂ ਨੂੰ ਮਿੱਤਰ ਰੂਪ ਕਰਕੇ ਜਾਣਦੇ ਹਾਂ, ਸੰਸਾ ਬਣਿਆ ਰਹੂਗਾ। ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰ ਚ ਰੂਪ ਚ ਦੇਖਦੇ ਹਾਂ, ਇਹ ਤਾਂ ਬਣਿਆ ਰਹੂਗਾ ਸੰਸਾ। ਜਦ ਤੱਕ ਅਸੀਂ ਸਾਰਿਆਂ ਦੇ ਵਿੱਚ ਇੱਕ ਆਤਮਾ ਦਾ ਦਰਸ਼ਨ ਨਹੀਂ ਕਰਦੇ, ਤਦ ਤੱਕ ਇਹ ਸੰਸਾ ਬਣਿਆ ਰਹਿੰਦਾ। ਭਾਵ ਕੌਣ ਹੀ ਰਿਹਾ ਅਭਿਮਾਨ, ਇਸ ਅਭਿਮਾਨ ਨੂੰ ਉਤਾਰਨਾ ਪੈਂਦਾ ਹੈ। ਇਹ ਕਿਵੇਂ ਉਤਾਰਨਾ ਪੈਂਦਾ ਹੈ? ਸ਼ੰਕਾ ਸੁਨ ਵੇਦ ਪੁਰਾਣ, ਵੇਦਾਂ ਪੁਰਾਣਾ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦਾ ਧਿਆਨ ਕਰਕੇ ਇਹਨਾਂ ਦੇ ਅਰਥਾਂ ਦੇ ਨਾਲ ਆਪਣੇ ਮਨ ਨੂੰ ਜੋੜਨਾ, ਫਿਰ ਜਿਵੇਂ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਉਸ ਤਰੀਕੇ ਨਾਲ ਕਰਨਾ, ਫਿਰ ਉਹਦੇ ਵਿੱਚੋਂ ਜਿਹੜਾ ਗਿਆਨ ਉਤਪੰਨ ਹੁੰਦਾ, ਅਨੁਭਵ ਪ੍ਰਕਾਸ਼, ਉਸ ਦੇ ਨਾਲ ਅਸੀਂ ਵੈਰਾਗ ਨੂੰ ਪ੍ਰਾਪਤ ਹੋ ਜਾਵਾਂਗੇ। ਭਾਵ ਆਪਣੇ ਆਤਮਾ ਦੇ ਨਾਲ ਜੁੜ ਜਾਵਾਂਗੇ ਤੇ ਦਵੰਦ ਦੇ ਵਿੱਚ ਨਹੀਂ ਰਵਾਂਗੇ। ਹਾਂਜੀ। कस्याप तात धनस्य लोक चेष्टा अवलोकनात् जीवित ईर्षा बुभुक्षा च बुभुत्सा उपशमंगता। ਤੇ ਮੇਰੇ ਉਸਤਾਦ ਜੀ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਕਿ ਸੰਸਾਰ ਦੇ ਵਿੱਚ ਨਾ ਦੋ ਪ੍ਰਕਾਰ ਦੀ ਭੁੱਖ ਹੁੰਦੀ ਹੈ। ਇੱਕ ਹੈ ਪਦਾਰਥਾਂ ਦੀ ਭੁੱਖ, ਠੀਕ ਹੈ ਜੀ। ਦੂਜੀ ਭੁੱਖ ਹੈ ਗਿਆਨ ਦਾ। ਜਿਵੇਂ ਆਪਾਂ ਹੁਣ ਵੇਦਾਂਤ ਦੇ ਗ੍ਰੰਥ ਪੜ੍ਹ ਰਹੇ ਹਾਂ, ਪਰ ਕਈਆਂ ਦੀ ਇਹੀ ਰੁਚੀ ਬਣੀ ਹੁੰਦੀ, ਬਸ ਪੜ੍ਹੀ ਜਾਣਾ, ਭੁੱਖ ਹੈ ਨਾ, ਭੁੱਖ ਲੱਗੀ ਹੋਈ ਹੈ ਗਿਆਨ ਦੀ। ਪਰ ਉਸ ਗਿਆਨ ਨੂੰ ਦਿਮਾਗ ਦੇ ਵਿੱਚ ਲਿਆ ਕਰਕੇ ਉਹਦਾ ਸਹੀ ਉਪਯੋਗ ਨਹੀਂ ਕਰਨਾ। ਭਾਵ ਰੋਟੀ ਖਾ ਵੀ ਲੈਣੀ, ਘਿਓ ਵੀ ਖਾ ਲੈਣਾ, ਪਰ ਬੈਠੇ ਰਹਿਣਾ। ਫਿਰ ਰੋਟੀ ਖਾਧੀ ਹੋਈ ਦਾ ਕਿਆ ਹੋਊਗਾ? ਉਹਨੇ ਰੋਗ ਦੇ ਵਿੱਚ ਤਬਦੀਲ ਕਰ ਲੈਣਾ। ਕਿਉਂਕਿ ਜਦ ਆਪਾਂ ਗਿਆਨ ਲੈਂਦੇ ਹਾਂ, ਇਹ ਵੀ ਇੱਕ ਭੁੱਖ ਹੈ, ਇਹ ਮਨ ਦਾ ਭੁੱਖ ਹੈ। ਹੁਣ ਇਹਨੂੰ ਪਚਾਉਣਾ ਪੈਣਾ। ਇਸ ਗਿਆਨ ਨੂੰ ਪਚਾਇਆ ਜਾਂਦਾ ਸੇਵਾ ਕਰਕੇ, ਠੀਕ ਹੈ ਜੀ। ਪਾਠ ਕਰਕੇ, ਜਾਪ ਕਰਕੇ, ਗੁਰਬਾਣੀ ਪੜ੍ਹ ਕੇ ਜੋ ਗਿਆਨ ਰੂਪੀ ਅੰਮ੍ਰਿਤ ਇਕੱਠਾ ਹੁੰਦਾ ਹੈ, ਉਹਨੂੰ ਪਚਾਉਣ ਦੇ ਲਈ ਸੇਵਾ ਦੀ ਲੋੜ ਪੈਂਦੀ ਹੈ। ਤੇ ਬਿਨਾਂ ਸੇਵਾ ਦੇ ਇਹ ਗਿਆਨ ਪਚਦਾ ਨਹੀਂ, ਇਹ ਹਉਮੈ ਦੇ ਵਿੱਚ ਤਬਦੀਲ ਹੋ ਜਾਂਦੀ। ਸੋ ਇਸ ਕਰਕੇ ਸਾਨੂੰ ਭੁੱਖ ਗਿਆਨ ਦਾ ਵੀ ਨਹੀਂ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਕਿ ਮਨ ਨੂੰ ਸਮਝਾਉਣ ਦੇ ਲਈ ਨਾ ਥੋੜਾ ਗਿਆਨ ਕੁ ਪੜ੍ਹੀਏ। ਸੋ ਥੋੜਾ ਗਿਆਨ ਪੜ੍ਹ ਕੇ ਥੋੜੀ ਸੇਵਾ ਕਰ ਲਈਏ ਤੇ ਫਿਰ ਉਹ ਗਿਆਨ ਪਚ ਜਾਂਦਾ। ਇੱਥੇ ਅਸ਼ਟਾਵਕਰ ਮਹਾਰਾਜ ਜੀ ਕਹਿ ਰਹੇ ਨੇ ਕਿ ਹੇ ਪਿਆਰੇ, ਲੋਕਾਂ ਦੀ ਚੇਸ਼ਟਾ ਭਾਵ ਜਨਮ, ਦੌੜ ਭੱਜ ਤੇ ਮਰਨ ਵੇਖ ਕੇ ਭੋਗਣ ਦੀ ਅਤੇ ਜਾਣਨ ਦੀ ਇੱਛਾ ਸ਼ਾਂਤ ਹੋਈ ਹੈ ਕਿ ਨਹੀਂ? ਭਾਵ ਲੋਕ ਤਾਂ ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ, ਪਰ ਇਹਨਾਂ ਨੂੰ ਵਿਧੀ ਨਹੀਂ ਪਤਾ। ਵਿਧੀ ਕੀ ਹੈ?
ਗ੍ਰਹਿਣ ਤਾਂ ਕਰਨਾ ਹੀ ਪੈਣਾ, ਭੋਜਨ ਸਰੀਰ ਨੂੰ ਵੀ ਦੇਣਾ ਪੈਣਾ, ਗਿਆਨ ਵੀ ਮਨ ਨੂੰ ਦੇਣਾ ਪੈਣਾ। ਫਿਰ ਉਹਨੂੰ ਜੁਗਤੀ ਪਹੁੰਚਾਉਣ ਦੀ ਹੈ ਸੇਵਾ। ਫਿਰ ਸੇਵਾ ਕੀਤੀ, ਫਿਰ ਗਿਆਨ, ਫਿਰ ਵਾਪਸ ਪੜ੍ਹਿਆ, ਫਿਰ ਸੇਵਾ ਕੀਤੀ, ਫਿਰ ਗਿਆਨ ਪੜ੍ਹਿਆ। ਇਦਾਂ ਜਦ ਤੱਕ ਸਰੀਰ ਦੇ ਵਿੱਚ ਸਵਾਸ ਨੇ, ਇਹ ਕਿਰਿਆ ਤੇ ਇਹ ਕਰਮ ਜਿਹੜਾ ਹੈ ਬਣਿਆ ਰਹਿਣਾ ਚਾਹੀਦਾ। ਠੀਕ ਹੈ। ਤੇ ਇਹਦੇ ਨਾਲ ਅਸੀਂ ਜਨਮ ਮਰਨ ਜਿਹੜੇ ਦੋ ਚੀਜ਼ਾਂ ਨੇ, ਭਵਸਾਗਰ ਤੋਂ ਫਿਰ ਪਾਰ ਹੋ ਸਕਦੇ ਹਾਂ, ਭਾਵ ਵੈਰਾਗ ਨੂੰ ਪ੍ਰਾਪਤ ਕਰ ਲੈਂਦੇ ਹਾਂ। ਹਾਂਜੀ। अनित्यं सर्वमेवेदं ताप तृतीय दुष्यतं असारं निंदतं हेयं मत निश्चित्य शाम्यत। ਕਹਿੰਦੇ ਨੇ ਕਿ ਕੌਣ ਸੰਸਾਰ ਦੇ ਵਿੱਚ ਆ ਕਰਕੇ ਤਿੰਨਾਂ ਤਾਪ ਤੋਂ ਬਚਿਆ ਹੈ, ਭਾਵ ਕੋਈ ਵੀ ਨਹੀਂ ਬਚਿਆ। ਅਸੀਂ ਦੇਖੀਏ ਜਿੰਨੇ ਵੀ ਪੀਰ ਪੈਗੰਬਰ ਹੋਇਆ, ਕੋਈ ਹੈ ਇਦਾਂ ਦਾ ਜਿਹਨੂੰ ਹਮੇਸ਼ਾ ਹੀ ਨਿਰੋਗ ਰਿਹਾ ਹੈ, ਜਾਂ ਕੋਈ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਿਆ? ਕਰਨਾ ਸਾਰਿਆਂ ਨੂੰ ਪਿਆ ਹੈ। ਅਸੀਂ ਆਪਣੇ ਹੀ ਧਰਮ ਦੇ ਵਿੱਚ ਝਾਤੀ ਮਾਰੀਏ, ਸਾਡੇ 10 ਗੁਰੂ ਸਾਹਿਬਾਨ ਮਹਾਰਾਜ ਹੋਏ ਨੇ, ਕਿ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਤਸ਼ੱਦਦਾਂ ਨਹੀਂ ਸਹੀਆਂ? ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਹੀਂ ਤਾਗਿਆ, ਤੇ ਜੰਗਲਾਂ ਦੇ ਵਿੱਚ ਮਹਾਰਾਜ ਨੇ ਨਿਵਾਸ ਨਹੀਂ ਕੀਤਾ? ਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਤੇ ਅਨੇਕ ਸ਼ਹੀਦ ਜਿਹੜੇ ਸਿੰਘ ਹੋਏ ਨੇ, ਸਿੰਘਣੀਆਂ ਹੋਈਆਂ ਨੇ, ਕਿ ਉਹਨਾਂ ਨੇ ਆਪਣੇ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਤਸ਼ੱਦਦ ਨਹੀਂ ਸਹੀ ਤਨ ਦੇ ਉੱਤੇ? ਕੋਈ ਵੀ ਇਦਾਂ ਦਾ ਅਵਤਾਰ ਜਾਂ ਪੀਰ ਪੈਗੰਬਰ ਜਾਂ ਗੁਰੂ ਇਦਾਂ ਨਹੀਂ ਹੋਇਆ ਜਿਨ੍ਹਾਂ ਨੇ ਸੁੱਖ ਦੁੱਖ ਦੋਨਾਂ ਨੂੰ ਨਹੀਂ ਹੰਢਾਇਆ। ਭਾਵ ਤਿੰਨ ਤਾਪ ਜਿਹੜੇ ਆ ਸਾਰਿਆਂ ਨੂੰ ਲੱਗਦੇ ਆ। ਸੋ ਆਪਾਂ ਜੇ ਕਹਿ ਲਈਏ ਕਿ ਪਾਠ ਕਰਕੇ ਮੈਨੂੰ ਤਾਂ ਕਦੇ ਦੁੱਖ ਆਉਣਾ ਹੀ ਨਹੀਂ ਚਾਹੀਦਾ ਜੀ, ਕਿ ਮੈਂ ਤਾਂ ਰੱਬ ਦੀ ਬੰਦਗੀ ਕਰਦਾ ਤੇ ਰੱਬ ਮੈਨੂੰ ਦੁੱਖ ਕਿਉਂ ਦਿੰਦਾ? ਉਹ ਦੁੱਖ ਇਸ ਕਰਕੇ ਦਿੰਦਾ ਆ ਕਿ ਅਸੀਂ ਇਹਨੂੰ ਸਮਝ ਕਰਕੇ ਮੰਨਣ ਦੀ ਜਿਹੜੀ ਕੋਸ਼ਿਸ਼ ਕਰ ਲਈਏ, ਇਹਨੂੰ ਸਮਝ ਜਾਣਨ ਦੀ ਆਪਾਂ ਪ੍ਰਯਾਸ ਕਰੀਏ ਕਿ ਕਿਵੇਂ ਸੁੱਖ ਤੇ ਦੁੱਖ ਨੂੰ ਦੋਨਾਂ ਨੂੰ ਇੱਕ ਤਰੀਕੇ ਨਾਲ ਜਾਣਨਾ ਹੈ। ਤੇ ਤਿੰਨ ਤਾਪ ਕਿਹੜੇ ਨੇ? ਇੱਕ ਤਾਂ ਮਨ ਦੇ ਰੋਗ, ਇੱਕ ਸਰੀਰ ਦੇ ਰੋਗ, ਤੀਜਾ ਜਿਹੜਾ ਕੁਦਰਤ ਦਿੰਦਾ ਹੈ ਹਨਾ। ਆਪਣੇ ਵਰਜਿਸ਼ ਕਰਕੇ ਹੋ ਸਕਦਾ ਹੈ ਕਿ ਆਪਾਂ ਕਈ ਹੱਦ ਤੱਕ ਸਰੀਰ ਦੇ ਰੋਗਾਂ ਨੂੰ ਆਪਾਂ ਥਲ ਦੇ ਦਈਏ। ਮੈਂਟਲ ਐਕਸਰਸਾਈਜ਼ ਕਰਕੇ ਹੋ ਸਕਦਾ ਹੈ ਕਿ ਆਪਾਂ ਬ੍ਰੇਨ ਦੀ ਜਿਹੜੀ ਸ਼ਕਤੀ ਹੈ ਉਹ ਵਧਾ ਕਰਕੇ ਸਾਨੂੰ ਕਦੇ ਕੋਈ ਮੈਂਟਲ ਇਸ਼ੂ ਨਾ ਹੋਵੇ। ਪਰ ਤੀਜਾ ਜਿਹੜਾ ਹੈ, ਜਿਹੜੀ ਸ੍ਰਿਸ਼ਟੀ ਨੇ ਆਪ, ਜਿਵੇਂ ਭੁਚਾਲ ਆ ਗਿਆ, ਠੀਕ ਹੈ ਜੀ, ਹੜ੍ਹ ਆ ਗਏ ਨੇ, ਇਹਨਾਂ ਨੂੰ ਕੌਣ ਰੋਕ ਸਕਦਾ ਹੈ? ਇਹ ਵੀ ਤਾਂ ਇੱਕ ਤਰੀਕੇ ਦਾ ਰੋਗ ਹੈ। ਇਹਦੇ ਕਰਕੇ ਵੀ ਤਾਂ ਲੋਕ ਦੁੱਖਾਂ ਨੂੰ ਪ੍ਰਾਪਤ ਕਰਦੇ ਨੇ, ਭਾਵੇਂ ਇਹਨੂੰ ਵੀ ਕੋਈ ਨਹੀਂ ਰੋਕ ਸਕਦਾ। ਸੋ ਇਹ ਤਿੰਨੋਂ ਚੀਜ਼ਾਂ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਤਾਂ ਆਵੇਗੀ। ਹੋ ਸਕਦਾ ਤਿੰਨੋਂ ਚੀਜ਼ ਵੀ ਆ ਜਾਣ, ਪਰ ਵੈਰਾਗ ਨੂੰ ਤਦ ਪ੍ਰਾਪਤ ਹੁੰਦੇ ਆ ਜਦ ਆਪਾਂ ਇਹਨਾਂ ਤਿੰਨਾਂ ਦੁੱਖਾਂ ਨੂੰ ਸਮ ਕਰਕੇ ਜਾਣਦੇ ਹਾਂ। ਹਾਂਜੀ। को असो कालो वह किं वा यत्र द्वन्द्वानां नो नृणां तान् उपेक्ष्य यथा प्रापत वर्ति सिद्धम वा उपन्यात। ਫਿਰ ਕਹਿੰਦੇ ਨੇ ਕਿ ਉਹ ਕਿਹੜਾ ਸਮਾਂ ਜਾਂ ਕਿਹੜੀ ਅਵਸਥਾ ਹੈ ਜਦੋਂ ਮਨੁੱਖਾਂ ਨੂੰ ਦਵੰਦ ਨਹੀਂ ਹੁੰਦੇ। ਭਾਵ ਹਰ ਸਮੇਂ ਹੀ ਹੁੰਦਾ ਹੈ, ਚਾਹੇ ਚੰਗਾ ਕਰਮ ਕਰਨ ਨੂੰ ਉੱਠ ਕਰਕੇ ਭੱਜੀਏ ਕਿ ਮੈਂ ਚੰਗਾ ਕਰਨਾ, ਤੇ ਉਹ ਚੰਗਾ ਕਿਸ ਪ੍ਰਕਾਰ ਕਰਨਾ, ਉਹ ਉੱਥੇ ਵੀ ਆਪਾਂ ਵਿਚਾਰ ਕਰਦੇ ਹਾਂ। ਉੱਥੇ ਸਾਡੇ ਆਪਸ਼ਨਸ ਖੜੇ ਹੋ ਜਾਂਦੇ ਨੇ ਕਿ ਮੈਂ ਇਹ ਕਰ ਸਕਦਾ, ਇਹ ਨਹੀਂ ਕਰ ਸਕਦਾ, ਇਹ ਮੇਰੀ ਸ਼ਮਤਾ ਦੇ ਵਿੱਚ ਹੈ, ਇਹ ਨਹੀਂ ਹੈ, ਇਹ ਕਰਮ ਕਰਨ ਲਈ ਮੇਰੇ ਕੋਲ ਇੰਨੀ ਮਾਇਆ ਹੈ, ਇੰਨੀ ਨਹੀਂ ਹੈ। ਭਾਵ ਚੰਗੇ ਕਰਮ ਕਰਨ ਦੇ ਵਿੱਚ ਵੀ ਦਵੰਦ ਹੈ, ਤੇ ਇਹ ਦਵੰਦ ਹਮੇਸ਼ਾ ਰਹੂਗਾ, ਕਿਹੜਾ ਕਰਮ ਕਰਨਾ, ਨਹੀਂ ਕਰਨਾ। ਸੋ ਕਹਿੰਦੇ ਨੇ ਕਿ ਉਹਨਾਂ ਦੀ ਉਪੇਖਿਆ ਕਰਕੇ ਯਥਾ ਪ੍ਰਾਪਤ ਵਿੱਚ ਸੰਤੁਸ਼ਟ ਰਹਿਣਾ। ਭਾਵ ਸੁਤੇ ਸਿੱਧ ਜੋ ਕਰਮ ਸਾਡੇ ਵਿੱਚੋਂ ਹੁੰਦੇ ਨੇ, ਪਰਮਾਤਮਾ ਕਰਾਉਂਦਾ ਹੈ, ਸ਼ਕਤੀ ਦੇ ਰੂਪ ਦੇ ਵਿੱਚ ਪਰਮਾਤਮਾ ਕਰਾਉਂਦਾ ਹੈ। ਉਸ ਕਾਰਜ ਨੂੰ ਸੰਪੂਰਨ ਹੀ ਮੰਨਣਾ, ਉਹਦੇ ਵਿੱਚ ਦਵੰਦ ਨਹੀਂ ਰੱਖਣਾ ਕਿ ਅੱਜ ਮੈਥੋਂ ਇੰਨਾ ਹੋਇਆ, ਹਾਏ ਕਿਉਂ ਇੰਨਾ ਹੀ ਹੋ ਗਿਆ, ਮੈਂ ਤਾਂ ਹੋਰ ਕਰ ਸਕਦਾ ਸੀ, ਹਨਾ। ਇਦਾਂ ਜਦ ਆਪਾਂ ਮਨ ਦੇ ਵਿੱਚ ਦਵੰਦ ਰੱਖਦੇ ਹਾਂ ਤੇ ਕਦੇ ਵੀ ਆਪਾਂ ਸ਼ਾਂਤੀ ਤੇ ਆਨੰਦ ਨੂੰ ਨਹੀਂ ਪ੍ਰਾਪਤ ਕਰ ਸਕਦੇ। ਹੁਣ ਕਰਨਾ ਸੰਸਾਰ ਦੇ ਵਿੱਚ ਸਭ ਕੁਝ ਹੀ ਹੈ,
ਖੇਡਣਾ ਵੀ ਹੈ, ਹੱਸਣਾ ਵੀ ਹੈ, ਲੋਕਾਂ ਨਾਲ ਬੋਲਣਾ ਵੀ ਹੈ, ਘਰ ਪਰਿਵਾਰ ਦੇ ਵਿੱਚ ਵੀ ਰਹਿਣਾ ਹੈ, ਬਾਹਰ ਅੰਦਰ ਵੀ ਜਾਣਾ ਹੈ। ਪਰ ਜੋ ਸੁਤੇ ਸਿੱਧ ਮਹਾਰਾਜ ਜੀ ਸਹਿਜ ਅਵਸਥਾ ਦੇ ਵਿੱਚ ਸਾਡੇ ਤੋਂ ਕਰਾ ਲੈਂਦੇ ਨੇ, ਉਹਨੂੰ ਸੰਪੂਰਨ ਹੀ ਮੰਨਣਾ, ਕਿਉਂਕਿ ਕਰਤਾ ਪੁਰਖ ਕਦੇ ਵੀ ਕੋਈ ਕੰਮ ਅਧੂਰਾ ਨਹੀਂ ਛੱਡਦਾ। ਜੇ ਆਪਾਂ ਉਹਦੇ ਵਿੱਚ ਅਧੂਰਾਪਣ ਲੱਭਣ ਲੱਗ ਗਏ, ਭਾਵ ਅਸੀਂ ਫਿਰ ਦਵੰਦ ਦੇ ਵਿੱਚ ਫਸ ਗਏ। ਹਉਮੈ ਨੇ ਆਪਣਾ ਖੇਡ ਖੇਡ ਲਿਆ, ਮਾਇਆ ਨੇ ਆਪਣਾ ਜਾਲ ਵਿਛਾ ਲਿਆ। ਹਾਂਜੀ। नाना मतंग महर्षिणाम साधूनाम योगिनाम तथा ऋषिया दृष्टवा निर्वेदमा पन्नः को न शाम्यत मानवः। ਫਿਰ ਦੇਖੋ, ਇਹ ਬਹੁਤ ਵਧੀਆ ਸਵਾਲ ਤੇ ਵਿਚਾਰ ਅਸ਼ਟਾਵਕਰ ਮਹਾਰਾਜ ਰਾਜਾ ਜਨਕ ਜੀ ਨਾਲ ਕਰ ਰਹੇ ਨੇ, ਤੇ ਸਾਨੂੰ ਇਸ ਵਿਚਾਰ ਨੂੰ ਬੜੇ ਚੰਗੀ ਤਰ੍ਹਾਂ ਨਾਲ ਸਮਝਣਾ ਚਾਹੀਦਾ, ਕਿਉਂਕਿ ਇਹ ਸਾਡੇ ਉੱਤੇ ਟੁਕਦੀਆਂ ਨੇ ਗੱਲਾਂ। ਕਹਿੰਦੇ ਨੇ ਕਿ ਨਾਨਾ ਪ੍ਰਕਾਰ ਦੇ ਰਿਸ਼ੀ ਹੋਏ ਨੇ, ਤੇ ਸਾਧੂ ਹੋਏ ਨੇ, ਜੋਗੀ ਹੋਏ ਨੇ, ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਸਾਧਨਾ ਦੱਸੇ ਨੇ। ਰਿਸ਼ੀਆਂ ਨੇ ਦ੍ਰਿਸ਼ਟਾਂਤ ਦਿੱਤਾ ਹੈ, ਦਰਸ਼ਨ ਸ਼ਾਸਤਰ ਦੀ ਰਚਨਾ ਕੀਤੀ ਹੈ। ਸਾਧੂਆਂ ਨੇ ਸਾਧਨ ਦੱਸੇ ਨੇ, ਕੋਈ ਤਰਾਟਕ ਕਰਦਾ ਹੈ, ਕੋਈ ਯੋਗ ਕਿਰਿਆ ਕਰਦਾ ਹੈ, ਕੋਈ ਧੂਣੀਆਂ ਤਾਪਦਾ ਹੈ, ਤੇ ਜੋਗੀ ਗਿਆਨ ਦੇ ਅਨੁਸਾਰ ਏਕਤਾ ਦੱਸਦੇ ਨੇ, ਕਈ ਅਸ਼ਟਾਂਗ ਯੋਗ ਵੀ ਦੱਸਦੇ ਨੇ। ਹੁਣ ਸਾਡੇ ਕੋਲ ਸਮਾਂ ਕਿੰਨਾ ਕੁ ਹੈ ਕਲਯੁਗ ਦੇ ਵਿੱਚ? ਪਹਿਲਾਂ ਤਾਂ ਆਪਾਂ ਕਹਿ ਦਿੰਦੇ ਕਿ ਵੀ 100 ਸਾਲ ਉਮਰ ਹੈ ਬੰਦੇ ਦੀ। ਅੱਜ ਕੱਲ ਦੇਖਣ ਨੂੰ ਆਉਂਦਾ ਕਿ 60-80 ਵੀ ਕੋਈ ਕੋਈ ਟੱਪਦਾ, ਹੈਨਾ। ਤੇ ਆਪਾਂ ਦੇਖੀਏ, ਜੇ ਆਪਾਂ ਹੁਣ ਸਾਧੂਆਂ ਰਿਸ਼ੀਆਂ ਸਾਰੇ ਦੇ ਦੱਸੇ ਦੇ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰ ਲਈਏ, ਦਰਸ਼ਨ ਸ਼ਾਸਤਰ ਖੋਲ ਕਰਕੇ ਜੋ ਉਹਦੇ ਵਿੱਚ ਲਿਖਿਆ ਉਸ ਪ੍ਰਕਾਰ ਕਰੀਏ, ਚਲੋ ਫਿਰ ਜਿਵੇਂ ਸਾਧਨਾਵਾਂ ਦੱਸੀਆਂ ਹੋਈਆਂ ਨੇ ਉਹ ਕਰਨ ਲੱਗ ਜਾਈਏ, ਫਿਰ ਯੋਗ ਦੇ ਜਿਹੜੇ ਕਿਰਿਆ ਨੇ ਉਹ ਕਰਨ ਲੱਗ ਜਾਈਏ, ਕੀ ਆਪਣੇ ਕੋਲ ਇੰਨਾ ਸਮਾਂ ਹੈ? ਚਲੋ ਜਿਨ੍ਹਾਂ ਕੋਲ ਸਮਾਂ ਹੈ, ਜਿਹੜੇ ਤਾਂ ਅਭਿਅੰਗਮ ਨੇ, ਉਹ ਤਾਂ ਚਲੋ ਸ਼ਾਇਦ ਥੋੜਾ ਬਹੁਤ ਕਰ ਵੀ ਲੈਣ, ਪਰ ਮੇਰੇ ਤੇ ਆਪ ਜੀ ਵਰਗੇ ਜਿਹੜੇ ਸਾਰੇ ਗ੍ਰਸਤੀ ਨੇ, ਉਹ ਕਿਵੇਂ ਕਰਨਗੇ? ਅਸੀਂ ਕੰਮਕਾਰਾਂ ਤੇ ਵੀ ਜਾਣਾ, ਘਰ ਪਰਿਵਾਰ ਨੂੰ ਵੀ ਪਾਲਣਾ, ਸਾਰੇ ਕੰਮ ਕਰਨੇ ਹੁੰਦੇ ਨੇ। ਮਹਾਰਾਜ ਨੇ ਸਾਨੂੰ ਬਹੁਤ ਸੌਖਾ ਰਾਹ ਦੱਸਿਆ, ਤੇ ਉਹੀ ਰਾਹ ਅਸ਼ਟਾਵਕਰ ਮਹਾਰਾਜ ਰਾਜ ਜਨਕ ਜੀ ਨੂੰ ਦੱਸ ਰਹੇ ਨੇ। ਕਹਿੰਦੇ ਛੱਡ ਪਰੇ ਸਾਰੇ ਤਰੀਕੇ, ਜਿੰਨੇ ਵੀ ਸਾਧਨ ਦੱਸੇ ਨੇ ਸਾਧੂਆਂ ਨੇ, ਸਾਰਿਆਂ ਨੂੰ ਛੱਡ ਦੇ। ਰਿਸ਼ੀਆਂ ਨੇ ਜੋ ਜੋ ਦਰਸ਼ਨ ਸ਼ਾਸਤਰ ਦੇ ਵਿੱਚ ਲਿਖਿਆ ਉਹਨਾਂ ਨੂੰ ਵੀ ਛੱਡ ਦੇ। ਜੋਗੀਆਂ ਨੇ ਜੋ ਯੋਗ ਕਿਰਿਆ ਦੱਸੀਆਂ ਨੇ ਉਹ ਸਾਰੇ ਹੀ ਛੱਡ ਦੇ, ਤੇ ਇੱਕ ਕੰਮ ਕਰ। ਉਹ ਕਿਹੜਾ ਕੰਮ ਹੈ? ਕਹਿੰਦੇ ਜਿਹੜਾ ਸੁਤੇ ਸਿੱਧ ਮਹਾਰਾਜ ਆਪਣੇ ਇਸ ਸਰੀਰ ਦੇ ਵਿੱਚੋਂ ਕੰਮ ਕਰਾਉਂਦੇ ਨੇ, ਉਹ ਕੰਮ ਕਰੀ ਜਾ। ਕੋਈ ਇਹਦੇ ਵਿੱਚ ਦਵੰਦ ਨਹੀਂ ਰੱਖਣੀ ਕਿ ਆਹ ਮੈਂ ਕੰਮ ਕੀਤਾ ਨਹੀਂ ਕੀਤਾ, ਮੈਂ ਇਹ ਅਭਿਆਸ ਕੀਤਾ ਨਹੀਂ ਕੀਤਾ, ਮੈਂ ਇਹ ਸ਼ਬਦ ਇੰਨੇ ਵਾਰੀ ਜਾਪ ਕੀਤਾ ਨਹੀਂ ਕੀਤਾ। ਹੁਣ ਕਈ ਪ੍ਰਚਾਰਕ ਨੇ ਉਹ ਦੱਸਦੇ ਨੇ ਕਿ ਆਹ ਸ਼ਬਦ ਦਾ ਜਾਪ ਕਰੋ ਜੀ, ਇਹ ਫਲ ਪ੍ਰਾਪਤ ਹੁੰਦਾ, ਇਹ ਪਾਠ ਕਰੋ ਇਹ ਸਿੱਧ ਹੋ ਜਾਣੇ, ਇਹ ਪਾਠ ਕਰੋ ਇਹ ਸਿੱਧ ਹੋ ਜਾਣੇ। ਤੇ ਜਿੰਨੇ ਹੀ ਪਾਠ ਕਹਿੰਦੇ ਨੇ ਸਾਰਿਆਂ ਦੇ ਵਿੱਚ ਉਹੀ ਸਿੱਧੀ ਦੱਸਦੇ ਨੇ। ਤੇ ਬੰਦਾ ਫਿਰ ਸੋਚਣ ਲੱਗ ਜਾਂਦਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਾਂ, ਕਿ ਮੈਂ ਆਨੰਦ ਸਾਹਿਬ ਦਾ ਹੁਣ ਪਾਠ ਕਰਾਂ ਵੱਧ ਤੋਂ ਵੱਧ, ਕਿ ਮੈਂ ਜਾਪ ਸਾਹਿਬ ਪੜਾਂ। ਉਹ ਕਈ ਤਾਂ ਕਹਿੰਦੇ ਨੇ ਕਿ ਜੇ ਮੈਂ ਸੁੱਖਾਂ ਨੂੰ ਪਾਉਣਾ ਫਿਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਂ। ਹੁਣ ਫਲ ਸਾਰਿਆਂ ਦਾ ਉਹੀ ਦੱਸਦੇ ਨੇ, ਪਰ ਪਾਠ ਵੱਖੋ ਵੱਖਰੇ ਦੱਸਦੇ ਨੇ, ਤੇ ਬੰਦਾ ਫਸ ਜਾਂਦਾ। ਫਿਰ ਦਵੰਦ ਕ੍ਰੀਏਟ ਹੋ ਜਾਂਦਾ। ਪਰ ਇੱਕ ਬੰਦਾ ਕਹਿੰਦਾ ਯਾਰ ਮੇਰਾ ਤਾਂ ਮਨ ਜਪਜੀ ਸਾਹਿਬ ਦੇ ਵਿੱਚ ਲੱਗਦਾ, ਮੈਂ ਜਪਜੀ ਸਾਹਿਬ ਹੀ ਕਰਨਾ। ਜੋ ਭਾਵ ਜੋ ਪਰਮਾਤਮਾ ਮੇਰੇ ਤੋਂ ਕਰਾ ਰਿਹਾ ਉਸ ਨੂੰ ਮੈਂ ਪੂਰਾ ਮੰਨਾਂਗਾ, ਮਨ ਦੇ ਵਿੱਚ ਦਵੰਦ ਨਹੀਂ ਰੱਖਾਂਗਾ। ਜੋ ਮਹਾਰਾਜ ਜਿਸ ਤਰੀਕੇ ਨਾਲ ਮੈਥੋਂ ਸਾਧਨਾ ਕਰਾਉਣਾ ਚਾਹੁੰਦੇ ਨੇ, ਯੋਗ ਕਿਰਿਆ ਵੀ ਕਰਾਉਣਾ ਚਾਹੁੰਦੇ ਨੇ, ਜੋ ਹੁੰਦਾ ਹੈ ਮੇਰੇ ਸਰੀਰ ਦੇ ਵਿੱਚੋਂ ਮਹਾਰਾਜ ਕਰਾਉਂਦੇ ਨੇ, ਉਹਨੂੰ ਮੈਂ ਸਤ ਕਰਕੇ ਪੂਰਾ ਮੰਨਾਂਗਾ, ਤੇ ਮੈਂ ਇੱਥੇ ਉੱਥੇ ਨਹੀਂ ਭੱਜਾਂਗਾ। ਹਾਂਜੀ। कृत्वा मूरत परज्ञानं चैतन्यस्य न किंगुरः निर्वेद समता युक्त्या यह तार्यत संसृते। ਆ ਦੇਖੋ ਗੁਰਬਾਣੀ ਦਾ ਮਹਾਰਾਜ ਨੇ ਮੋਹਰ ਲਾਤੀ ਇਸ ਗੱਲ ਤੇ। ਕਹਿੰਦੇ ਨੇ ਸਹਿਜ ਸੁਭਾਏ ਹੋਵੇ ਸੋ ਹੋਏ, ਕਿ हे ਪ੍ਰਾਣੀ, ਜੋ ਅਕਾਲ ਪੁਰਖ ਤੇਰੇ ਸਰੀਰ ਦੇ ਵਿੱਚੋਂ ਸ਼ਕਤੀ ਰੂਪ ਦੇ ਵਿੱਚ ਹੋ ਕਰਕੇ ਜੋ ਕੰਮ ਕਰਾ ਦਿੰਦਾ ਨਾ,
ਉਹਨੂੰ ਪੂਰਾ ਮੰਨ। ਸਹਿਜ ਸੁਭਾਏ ਹੋਵੇ ਸੋ ਹੋਏ। ਜੋ ਹੋਇਆ ਉਹਨੂੰ ਠੀਕ ਸਮਝ। ਸਹਿਜੇ ਹੀ ਤੇ ਸੁਖ ਸਾਤ ਹੋਏ, ਬਿਨ ਸਹਿਜੇ ਜੀਵਨ ਬਾਦ। ਕਹਿੰਦੇ ਜੋ ਸਹਿਜ ਅਵਸਥਾ ਦੇ ਵਿੱਚ ਹੋ ਜਾਂਦਾ ਹੈ, ਸੁਤੇ ਸਿੱਧ ਹੋ ਜਾਂਦਾ ਹੈ, ਉਹਨੂੰ ਸਤ ਮੰਨ। ਤੇ ਬਿਨ ਸਹਿਜੇ ਜੀਵਨ ਬਾਦ, ਕਹਿੰਦੇ ਬਾਦ ਵਿਵਾਦ ਦੇ ਵਿੱਚ ਉਹੀ ਫਸਦੇ ਨੇ ਜਿਹੜੇ ਸਹਿਜ ਅਵਸਥਾ ਦੇ ਵਿੱਚ ਨਹੀਂ ਹੁੰਦੇ। ਵਾਦ ਵਿਵਾਦ ਕਿੱਥੇ ਹੋ ਗਿਆ? ਆ ਕੰਮ ਇੱਥੋਂ ਹੋ ਗਏ, ਇੰਨੇ ਪਾਠ ਹੋ ਗਏ, ਇੰਨੇ ਨਹੀਂ ਹੋਏ, ਆ ਵਾਦ ਵਿਵਾਦ ਪੜ ਕੇ ਸ਼ੁਰੂ ਹੋ ਗਿਆ ਮਨ ਦੇ ਵਿੱਚ। ਫਿਰ ਟੈਨਸ਼ਨਾਂ ਕ੍ਰੀਏਟ ਹੋ ਜਾਂਦੀਆਂ ਮਨ ਦੇ ਵਿੱਚ। ਇੰਨੇ ਦਿਨਾਂ ਦੇ ਵਿੱਚ ਮੈਂ ਸਹਿਜ ਪਾਠ ਕਰਨਾ ਸੀ, 21 ਦਿਨਾਂ ਦੇ ਵਿੱਚ, 21 ਦਿਨ ਦੇ ਵਿੱਚ ਹੋ ਜਾਣਾ ਚਾਹੀਦਾ ਸੀ, ਕਿਉਂ ਨਹੀਂ ਹੋਇਆ? ਫਿਰ ਬੰਦਾ ਸੋਚਣ ਲੱਗ ਜਾਂਦਾ, ਅੱਛਾ ਜੋਤ ਬਾਲੀ ਸੀ ਪਾਠ ਕਰਦੇ ਹੋਏ, ਜੋਤ ਬੁਝ ਗਈ ਜੀ, ਇਹ ਤਾਂ ਮੇਰੇ ਨਾਲ ਬਹੁਤ ਬੁਰਾ ਹੋ ਗਿਆ। ਹਾਂ, ਅਕਾਲ ਪੁਰਖ ਦੇ ਵੱਲੋਂ ਕਰੋਪੀ ਹੋ ਗਈ। ਫਿਰ ਇਦਾਂ ਸੋਚਣ ਲੱਗ ਜਾਂਦਾ, ਬੁਝ ਗਈ ਕੋਈ ਗੱਲ ਨਹੀਂ, ਫਿਰ ਬਾਲ ਲਓ। ਕਈ ਵਾਰੀ ਅਭਿਆਸੀ ਪੁੱਛਦੇ ਨੇ ਕਿ ਮੈਥੋਂ ਹੁਣ ਨਿਤਨੇਮ ਨਹੀਂ ਹੁੰਦਾ, ਮੈਂ ਕੀ ਕਰਾਂ? ਮੈਂ ਕਿਹਾ ਮੈਥੋਂ ਪੁੱਛਣ ਤੋਂ ਪਹਿਲਾਂ ਤੂੰ ਫਿਰ ਨਿਤਨੇਮ ਸ਼ੁਰੂ ਕਰ ਲੈਂਦਾ। ਪੁੱਛਣ ਕਰਕੇ ਕੋਈ ਇਹਦਾ ਹੱਲ ਤਾਂ ਹੈ ਨਹੀਂ, ਜਿੰਨਾ ਮਰਜ਼ੀ ਪੁੱਛੀ ਜਾਓ, ਕਰਨਾ ਤਾਂ ਤੁਹਾਨੂੰ ਵੀ ਪੈਣਾ। ਸੋ ਇਹ ਦਵੰਦ ਮਨ ਜੋ ਕੱਢ ਲਓ, ਜੇ ਨਹੀਂ ਹੋਇਆ ਸ਼ੁਰੂ ਕਰ ਦੋ, ਆਨੰਦ ਲਓ। ਪਾਪ ਕਰਨਾ ਸਭ ਕੁਝ ਹੀ ਹੈ, ਪਰ ਦਵੰਦ ਨਹੀਂ ਰੱਖਣਾ ਮਨ ਦੇ ਵਿੱਚ। ਜੋ ਸਹਿਜ ਅਵਸਥਾ ਦੇ ਵਿੱਚ ਹੋ ਜਾਵੇ ਉਹਨੂੰ ਪੂਰਾ ਮੰਨੋ। ਹਾਂਜੀ। ਤੇ ਅੱਗੇ ਉਹ ਦੱਸ ਰਹੇ ਨੇ, ਹੁਣ ਦੇਖੋ ਗੁਰੂ ਆਪਾਂ ਕਹਿ ਦਿੰਦੇ ਨਾ ਕਿ ਗੁਰੂ ਜੀ ਸਾਨੂੰ ਤਾਂ ਛੱਡ ਕੇ ਚੱਲ ਗਏ, ਦਸਮ ਮਹਾਰਾਜ ਦੇ ਬਾਅਦ ਹੁਣ ਦੇਹ ਦੇ ਵਿੱਚ ਤਾਂ ਸਾਨੂੰ ਕੋਈ ਦਿਸ ਨਹੀਂ ਰਿਹਾ। ਮਹਾਰਾਜ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਹੈ ਕਿ ਗੁਰੂ ਦੇਹ ਨਹੀਂ ਹੁੰਦਾ। ਪੰਜ ਤੱਤ ਜਿੱਥੇ ਇਕੱਠੇ ਹੋ ਜਾਣ ਉਹਨੂੰ ਦੇਹ ਕਹਿੰਦੇ ਨੇ। ਤੇ ਦੇਹ ਦੇ ਵਿੱਚ ਜਿਹੜਾ ਦੇਹੀ ਹੈ ਉਹ ਆਤਮ ਹੈ। ਤੇ ਜੇ ਜਿਸ ਜੀਵ ਨੂੰ ਆਤਮ ਗਿਆਨ ਹੋ ਜਾਵੇ ਉਹਨੂੰ ਗੁਰੂ ਕਹਾਉਂਦੇ ਨੇ। ਠੀਕ ਹੈ ਜੀ। ਸੋ ਗੁਰੂ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਇੱਕ ਤਾਂ ਸ਼ਬਦ ਗੁਰੂ ਹੈ, ਇੱਕ ਖਾਲਸਾ ਹੈ, ਪ੍ਰਗਟ ਗੁਰਾਂ ਕੀ ਦੇਹ, ਹੈ ਨਾ। ਖਾਲਸਾ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤੇ ਇੱਕ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ, ਇੱਕ ਦੇਹ ਰੂਪ ਦੇ ਵਿੱਚ ਗੁਰੂ ਹੈ। ਸੋ ਜਿਹੜਾ ਖਾਲਸਾ ਕੌਣ ਹੈ? ਹੁਣ ਖਾਲਸਾ ਵੀ ਆਪਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਪਹਿਲਾਂ ਸਮਾਂ ਤਾਂ ਹੋਰ ਸੀ, ਹੁਣ ਸਮਾਂ ਹੋਰ ਹੈ। ਤੇ ਮੈਂ ਅੱਜ ਦੇ ਸਮੇਂ ਦੇ ਨਾਲ ਗੱਲ ਕਰਾਂਗਾ। ਖਾਲਸਾ ਉਹ ਨਹੀਂ, ਪਹਿਲਾਂ ਆਪਾਂ ਇਹ ਸਮਝ ਲਈਏ ਕਿ ਕੌਣ ਨਹੀਂ ਹੈ ਖਾਲਸਾ, ਫਿਰ ਆਪੇ ਸਾਨੂੰ ਸਮਝ ਆ ਜਾਏਗੀ ਖਾਲਸਾ ਹੁੰਦਾ ਕੌਣ ਹੈ। ਮਹਾਰਾਜ ਕਹਿੰਦੇ ਨੇ ਕਿ ਜਦ ਕਿਸੇ ਨੂੰ ਆਤਮ ਗਿਆਨ ਹੋ ਜਾਵੇ, ਆਤਮ ਰਸ ਜਿਸ ਨੂੰ ਪ੍ਰਾਪਤ ਹੁੰਦਾ ਹੈ ਉਹ ਹੈ ਖਾਲਸਾ। ਠੀਕ ਹੈ ਜੀ। ਹੁਣ ਖਾਲਸਾ ਕੌਣ ਨਹੀਂ ਹੈ ਉਹਦਾ ਵਿਚਾਰ, ਸਿਰਫ ਪੰਜ ਕਕਾਰ ਸਰੀਰ ਦੇ ਉੱਤੇ ਧਾਰਨ ਕਰ ਲੈਣੇ ਉਹਦੇ ਨਾਲ ਅਸੀਂ ਖਾਲਸਾ ਨਹੀਂ ਬਣਦੇ। ਫੌਜ ਦੇ ਵਿੱਚ ਦਾਖਲਾ ਤਾਂ ਹੋਇਆ ਹੈ, ਫਿਰ ਫੌਜ ਦੇ ਵਿੱਚ ਜਿਹੜਾ ਸਿਖਰ ਦੀ ਅਵਸਥਾ ਹੈ, ਸਿਖਰ ਦਾ ਜਿਹੜਾ ਰੈਂਕ ਹੈ, ਉਹਨੂੰ ਅਸੀਂ ਪ੍ਰਾਪਤ ਨਹੀਂ ਕੀਤਾ। ਠੀਕ ਹੈ ਜੀ। ਸੋ ਫੌਜ ਦੇ ਵਿੱਚ ਦਾਖਲ ਹੋਣਾ ਜ਼ਰੂਰੀ ਹੈ, ਖੰਡੇ ਦੀ ਪੌਲ ਲੈਣਾ ਜ਼ਰੂਰੀ ਹੈ, ਪਰ ਇਹ ਕਹਿ ਦੇਣਾ ਕਿ ਬਸ ਹੁਣ ਤਾਂ ਪੰਜ ਕਕਾਰ ਧਾਰਨ ਕਰ ਲਏ ਤੇ ਮੈਂ ਤਾਂ ਸਿਖਰ ਦੀ ਅਵਸਥਾ ਤੇ ਪਹੁੰਚ ਗਿਆ, ਇਹ ਮੂਰਖਤਾ ਦੀ ਨਿਸ਼ਾਨੀ ਹੈ। ਮੈਂ ਹੁਣ ਸੱਚੋ ਸੱਚੀ ਗੱਲ ਕਹਿ ਰਿਹਾ, ਜੇ ਕਿਸੇ ਨੂੰ ਬੁਰਾ ਲੱਗੇ ਮੈਨੂੰ ਮਾਫ ਕਰਿਓ, ਪਰ ਅਸਲੀਅਤ ਤਾਂ ਇਹੀ ਹੈ। ਠੀਕ ਹੈ ਜੀ। ਤੇ ਅੰਮ੍ਰਿਤ ਛਕ ਕਰਕੇ ਖੰਡੇ ਬਾਟੇ ਦੀ ਪੌਲ ਲੈ ਕਰਕੇ ਅਸੀਂ ਹੁਣ ਦਾਖਲਾ ਲਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਕਸਾਲ ਦੇ ਵਿੱਚ। ਹੁਣ ਦਾਖਲਾ ਲੈ ਕਰਕੇ ਅਸੀਂ ਸਿੱਖਣਾ ਹੈ, ਕਿਉਂ ਤਾਂ ਹੀ ਤਾਂ ਆਪਾਂ ਸਿੱਖ ਕਹਾਵਾਂਗੇ। ਪਹਿਲਾਂ ਤਾਂ ਆਪਾਂ ਆਪਣੇ ਆਪ ਨੂੰ ਸਿੱਖ ਮੰਨੀਏ, ਤਾਂ ਹੀ ਸਿੱਖਾਂਗੇ। ਪਹਿਲਾਂ ਹੀ ਆਪਣੇ ਆਪ ਨੂੰ ਖਾਲਸਾ ਕਹਿਣ ਲੱਗ ਜਾਂਦੇ ਆ, ਹੁਣ ਸਿੱਖਣਾ ਕਿੱਥੇ ਰਹਿ ਗਿਆ, ਕਿਉਂਕਿ ਖਾਲਸਾ ਤਾਂ ਪੂਰਾ ਹੋ ਜਾਂਦਾ। ਫਿਰ ਉਹਦੇ ਹਉਮੈ ਵਿੱਚ ਰਹਿ ਜਾਂਦੇ ਕਿ ਮੈਂ ਤਾਂ ਖਾਲਸਾ ਜੀ, ਮੈਂ ਤਾਂ ਪੰਜ ਕਕਾਰ ਧਾਰਨ ਕਰ ਲਿਆ, ਮੈਂ ਤਾਂ ਪਹੁੰਚ ਗਿਆ। ਫਿਰ ਉਹ ਸਿੱਖਣਾ ਬੰਦ ਕਰ ਜਾਂਦਾ। ਖਾਲਸਾ ਉਹ ਹੈ ਜਿਹਨੂੰ ਆਤਮ ਗਿਆਨ ਹੋ ਗਿਆ। ਹੁਣ ਆਤਮ ਗਿਆਨ ਵੀ ਕਿਸੇ ਨੂੰ ਵੀ ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਜਿਹੜੇ ਸਿੱਖ ਨੇ ਉਹਦੇ ਵਿੱਚ ਵੀ ਆਤਮ ਗਿਆਨ ਹੋਵੇਗਾ। ਕਈ ਸਨਾਤਨੀ ਵੀਰ ਨੇ, ਕਈ ਮਹਾਤਮਾ ਨੇ, ਕਈ ਸਾਧੂ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨ ਹੁੰਦਾ ਹੈ, ਆਤਮ ਗਿਆਨ ਹੁੰਦਾ ਹੈ, ਉਹ ਵੀ ਖਾਲਸੇ ਨੇ, ਕਿਉਂਕਿ ਮਹਾਰਾਜ ਨੇ ਖਾਲਸੇ ਦੀ ਡੈਫੀਨੇਸ਼ਨ ਦਿੱਤੀ ਹੈ। ਜਿਹਨਾਂ ਨੂੰ ਆਤਮ ਗਿਆਨ ਹੈ ਉਹ ਖਾਲਸਾ ਹੈ। ਠੀਕ ਹੈ ਜੀ। ਇਸਲਾਮ ਮਤ ਦੇ ਵਿੱਚ ਵੀ ਕਈ ਇਦਾਂ ਦੇ ਫਕੀਰ ਨੇ, ਸੂਫੀ ਸੰਤ ਨੇ ਜਿਨ੍ਹਾਂ ਨੂੰ ਆਤਮ ਗਿਆਨ ਹੈ, ਪਰ ਇਹ ਹੈ ਤਾਂ ਹੈ, ਪਰ ਬਿਰਲੇ ਨੇ। ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਬ੍ਰਹਮ ਗਿਆਨੀ ਹੁੰਦਾ ਹੈ, ਪਰ ਵਿਰਲੇ ਹੁੰਦੇ ਆ।
ਇੱਥੇ ਤੱਕ ਵੀ ਸੁਣਨ ਨੂੰ ਆਉਂਦਾ ਹੈ ਕਿ ਜਦ ਤੱਕ ਕਿਸੇ ਧਰਮ ਦੀ ਹੋਂਦ ਸੰਸਾਰ ਦੇ ਉੱਤੇ ਹੈ, ਇਸ ਨੂੰ ਸਮਝਣਾ ਕਿ ਉਹਨਾਂ ਦੇ ਧਰਮ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਬ੍ਰਹਮ ਗਿਆਨੀ ਹੈ, ਤਾਂ ਉਹਨਾਂ ਦਾ ਧਰਮ ਖੜਾ ਹੈ। ਠੀਕ ਹੈ ਜੀ। ਸੋ ਇਸ ਕਰਕੇ ਸਾਨੂੰ ਕਿਸੇ ਦੇ ਧਰਮ ਦੇ ਉੱਤੇ ਉਂਗਲੀ ਨਹੀਂ ਚੱਕਣੀ ਚਾਹੀਦੀ, ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਸਾਰਿਆਂ ਦੇ ਵਿੱਚ ਇੱਕ ਜੋਤ ਦਾ ਵਾਸਾ ਹੈ। ਤੇ ਜਿਸ ਤਰੀਕੇ ਨਾਲ ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਸਿੱਖ ਹੋਣ ਦੇ ਨਾਤੇ ਸਾਨੂੰ ਖੰਡੇ ਪੌਲ ਦੇ ਅੰਮ੍ਰਿਤ ਛਕਣ ਦੀ ਲੋੜ ਹੈ, ਤਾਂ ਅਸੀਂ ਮਹਾਰਾਜ ਦੇ ਟਕਸਾਲ ਦੇ ਵਿੱਚ ਆ ਕਰਕੇ ਇਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੀਏ, ਤੇ ਫਿਰ ਬ੍ਰਹਮ ਰਸੀਏ ਹੋਈਏ, ਆਤਮ ਗਿਆਨ ਨੂੰ ਪ੍ਰਾਪਤ ਕਰੀਏ। ਤੇ ਜਿਨ੍ਹਾਂ ਨੇ ਆਤਮ ਗਿਆਨ ਨੂੰ ਪ੍ਰਾਪਤ ਕੀਤਾ ਹੈ ਉਹ ਗੁਰੂ ਹੁੰਦੇ ਨੇ, ਕਿਉਂਕਿ ਖਾਲਸਾ ਗੁਰੂ ਹੈ। ਠੀਕ ਹੈ ਜੀ। ਸੋ ਇਹਦੇ ਵਿੱਚ ਵੀ ਦੁਵੈਤ ਨਹੀਂ ਰੱਖਣੀ। ਕਈ ਮਹਾਂਪੁਰਖਾਂ ਨੂੰ, ਕਈ ਜਿਹੜੇ ਸਿੱਖ ਨੇ ਮੱਥਾ ਟੇਕਦੇ ਨੇ, ਕਿਉਂਕਿ ਉਹ ਖਾਲਸ ਪਦ ਨੂੰ ਪ੍ਰਾਪਤ ਹੁੰਦੇ ਆ, ਤੇ ਉਹ ਦੇਹੀ ਨੂੰ ਮੱਥਾ ਨਹੀਂ ਟੇਕ ਦੇਹ ਨੂੰ ਮੱਥਾ ਨਹੀਂ ਟੇਕਦੇ, ਦੇਹੀ ਨੂੰ ਮੱਥਾ ਟੇਕਦੇ ਆ। ਭਾਵ ਉਹਨਾਂ ਦੇ ਵਿੱਚ ਜਿਹੜਾ ਆਤਮ ਹੈ, ਉਹਨਾਂ ਦੇ ਵਿੱਚ ਜਿਹੜਾ ਗਿਆਨ ਹੈ, ਉਹਨਾਂ ਨੂੰ ਮੱਥਾ ਟੇਕਦੇ। ਠੀਕ ਹੈ ਜੀ। ਹਾਂਜੀ। तो ਮਹਾਰਾਜ ਕਹਿੰਦੇ ਨੇ ਕਿ ਜਗ ਰਚਨਾ ਸਭ ਝੂਠ ਹੈ, ਇਸ ਨੂੰ ਸਮਝੀ। ਹੁਣ ਵੈਰਾਗ ਨੂੰ ਪ੍ਰਾਪਤ ਕਰਨ ਲਈ ਪਹਿਲਾ ਸਟੈਪ ਇਹੀ ਹੈ ਕਿ ਜਗ ਦੀ ਰਚਨਾ ਨੂੰ ਝੂਠ ਮੰਨੋ। ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਅੱਗੇ ਵੀ ਇਹ ਵੀ ਕਹਿੰਦੇ ਨੇ ਕਿ ਜੋ ਆਪਾਂ ਇਹ ਸੰਸਾਰ ਦੇਖ ਰਹੇ ਹਾਂ, ਇਹ ਹਰ ਕਾ ਰੂਪ ਹੈ। ਇਹ ਵੇ ਸੰਸਾਰ ਜੇ ਤੂੰ ਦੇਖਦਾ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਹੁਣ ਦੋ ਹੀ ਗੱਲਾਂ ਆ ਗਈਆਂ, ਪਰ ਕੀ ਦੋ ਗੱਲਾਂ ਦੇ ਵਿੱਚ द्वंद ਹੈ ਕਿ ਇਹਨਾਂ ਦੇ ਵਿੱਚ ਏਕਤਾ ਹੈ? ਇਹਨੂੰ ਸਮਝੀਏ। ਹੁਣ ਪਹਿਲਾਂ ਸਿੱਖ ਨੂੰ ਵੈਰਾਗ ਪ੍ਰਾਪਤ ਕਰਨ ਲਈ ਇਹ ਮੰਨਣਾ ਬਹੁਤ ਜ਼ਰੂਰੀ ਹੈ ਕਿ ਜੋ ਬਾਹਰ ਦਿਸ ਰਿਹਾ ਹੈ, ਜਿਵੇਂ ਮੈਂ ਇਸ ਗਿਆਨ ਨੂੰ ਜਾਣਦਾ ਹਾਂ ਬਾਹਰ ਦੇ ਸੰਸਾਰ ਨੂੰ, ਉਹ ਝੂਠ ਹੈ। ਜਦ ਇਹਨੇ ਇਸ ਝੂਠ ਨੂੰ ਮੰਨਿਆ, ਤੇ ਫਿਰ ਇਹ ਹੁਣ ਅੰਦਰ ਦੀ ਖੋਜ ਕਰਨ ਲੱਗੂਗਾ ਕਿ ਫਿਰ ਸੱਚ ਕੀ ਹੈ। ਫਿਰ ਸੱਚ ਦੇ ਰਾਹ ਦੇ ਉੱਤੇ ਚੱਲਦੇ ਚੱਲਦੇ ਹੌਲੀ ਹੌਲੀ ਇਹਨੂੰ ਆਤਮ ਗਿਆਨ ਹੋਵੇਗਾ। ਮਹਾਰਾਜ ਕਰਾਉਂਦੇ ਨੇ ਕਿਰਪਾ ਕਰਕੇ। ਫਿਰ ਇਹਨੂੰ ਅੰਦਰ ਜੋ ਸੱਚ ਦਿਖਦਾ ਹੈ ਉਹੀ ਬਾਹਰ ਦਿਸਣ ਲੱਗ ਜਾਂਦਾ ਹੈ, ਕਿਉਂ ਜਿਵੇਂ ਜੀ ਮਨ ਦੀ ਅਵਸਥਾ ਹੁੰਦੀ ਹੈ, ਉਹ ਜਿਹਾ ਸੰਸਾਰ ਸਾਨੂੰ ਦਿਖਦਾ ਹੈ। ਰੋਗੀ ਨੂੰ ਸਾਰਾ ਸੰਸਾਰ ਰੋਗੀ ਦਿਸਦਾ ਹੈ, ਗਿਆਨੀ ਨੂੰ ਸਾਰਾ ਸੰਸਾਰ ਗਿਆਨੀ ਦਿਸਦਾ ਹੈ। ਤੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਹੀ ਆਤਮ ਦਾ ਗਿਆਨ ਪ੍ਰਾਪਤ ਕਰ ਲਿਆ, ਮਨ ਦੇ ਵਿੱਚ ਹੀ ਗੁਰੂ ਦੇ ਦਰਸ਼ਨ ਹੋ ਗਏ, ਉਹਨੂੰ ਸਾਰਿਆਂ ਦੇ ਸੰਸਾਰ ਦੇ ਵਿੱਚ ਵੀ ਗੁਰੂ ਹੀ ਦਿਸਦਾ ਹੈ। ਸੋ ਜਿਵੇਂ ਜੀ ਮਨ ਦੀ ਅਵਸਥਾ ਹੈ, ਉਹ ਜੀ ਸੰਸਾਰ ਹੈ। ਫਿਰ ਮਹਾਰਾਜ ਕਹਿੰਦੇ ਨੇ ਮਿਥਿਆ ਧਨ ਧਨ ਕੁਟੰਬ ਸਭਾਏ। ਫਿਰ ਇਹ ਗਿਆਨ ਜਿਹੜਾ ਹੈ, ਪਹਿਲਾਂ ਜਗ ਰਚਨਾ ਸਭ ਝੂਠ ਹੈ, ਇਹ ਮੰਨ ਲਓ। ਦੂਜਾ ਕਿ ਮੇਰਾ ਕੁਟੁੰਬ ਪਰਿਵਾਰ ਸਾਰੇ ਮਿਥਿਆ ਹੈ, ਕਿਉਂਕਿ ਇਹਨਾਂ ਨੇ ਆਏ ਨੇ, ਇਹਨਾਂ ਨੇ ਚੱਲ ਵੀ ਜਾਣਾ। ਫਿਰ ਕਹਿੰਦੇ ਨੇ ਕਿ ਸਰਬ ਜੀਆ ਮਹਿ ਏਕੋ ਰਵੈ। ਫਿਰ ਇਹ ਜੀ ਅਵਸਥਾ ਬਣਦੀ ਹੈ ਕਿ ਸਰਬ ਜੀਆਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਉਹ ਆਤਮ ਤਾਂ ਸਾਰਿਆਂ ਦੇ ਵਿੱਚ ਹੈ। ਹੁਣ ਉਹ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ ਨਹੀਂ ਦੇਖਦਾ, ਉਹਨਾਂ ਦੇ ਵਿੱਚ ਆਪਣੇ ਗੁਰੂ ਨੂੰ ਦੇਖਦਾ। ਫਿਰ ਹੌਲੀ ਹੌਲੀ ਜਗਤ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਜਿਹੜਾ ਦੇਹੀ ਰੂਪ ਦੇ ਵਿੱਚ ਬੈਠਾ ਹੈ ਆਤਮਾ, ਉਹਦੇ ਦਰਸ਼ਨ ਕਰਦਾ, ਕਿਉਂਕਿ ਮਹਾਰਾਜ ਨੇ ਕਿਹਾ ਹੈ ਸਰਬ ਜੀਆ ਮਹਿ ਏਕੋ ਰਵੈ। ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਅਵਸਥਾ ਬਣਦੀ ਹੈ ਸਮਦਰਸੀ ਏਕ ਦ੍ਰਿਸ਼ਟੇਤਾ। ਹੁਣ ਉਹਨੂੰ ਏਕ ਦਿਖਣ ਲੱਗ ਗਿਆ ਸਭ ਜਗ੍ਹਾ। ਫਿਰ ਅੱਗੇ ਅਵਸਥਾ ਹੋਰ ਟਿਕਦੀ ਹੈ, ਬਣਦੀ ਹੈ ਕਿ ਸਭ ਕਹਿ ਮਦ ਸਗਲ ਤੇ ਉਦਾਸ। ਹੁਣ ਉਹ ਗਿਆਨੀ ਰਿਸ਼ਤੇਦਾਰਾਂ ਦੇ ਵਿੱਚ ਵੀ ਬੈਠਾ ਹੈ, ਮਿੱਤਰਾਂ ਦੇ ਵਿੱਚ ਵੀ ਬੈਠਾ ਹੈ, ਆਪਣੇ ਵਿਰੋਧੀਆਂ ਦੇ ਵਿੱਚ ਵੀ ਜਾ ਕਰਕੇ ਕਦੇ ਬੈਠ ਜਾਂਦਾ ਹੈ। ਪਰ ਸਾਰਿਆਂ ਦੇ ਵਿੱਚ ਬੈਠਦੇ ਹੋਏ ਸੁੱਖ ਦੁੱਖ ਨੂੰ ਸਮ ਕਰਕੇ ਜਾਣਦੇ ਹੋਏ ਸਭ ਕੇ ਮਦ ਸਕਲ ਤੇ ਉਦਾਸ, ਉਹ ਉਦਾਸ ਚਿਤ ਹੋ ਕਰਕੇ ਬੈਠਾ। ਭਾਵ ਸੰਸਾਰ ਦੇ ਵੱਲ ਨਹੀਂ ਭੱਜਦਾ, ਉਹ ਹੁਣ ਉਦਾਸ ਆਪਣੇ ਮਨ ਦੇ ਵਿੱਚ ਹੀ ਬੈਠਾ ਹੈ, ਆਪਣੇ ਮਨ ਨੂੰ ਭਾਵ ਆਤਮਾ ਨੂੰ ਹੀ ਦੇਖਦਾ ਹਰ ਜਗ੍ਹਾ। ਉਦਾਸ ਦਾ ਇਹ ਮਤਲਬ ਨਹੀਂ ਕਿ ਰੁੱਸ ਕੇ ਬੈਠ ਗਏ ਹੁਣ ਸੰਸਾਰ ਤੋਂ। ਠੀਕ ਹੈ ਜੀ। ਇਹਦੇ ਅਰਥ ਨੂੰ ਸਮਝੋ। ਉਦਾਸ ਦਾ ਇਹ ਅਰਥ ਹੈ ਕਿ ਹੁਣ ਉਹ ਚਲਾਇਮਾਨ ਨਹੀਂ ਹੁੰਦਾ, ਬਾਹਰ ਨੂੰ ਨਹੀਂ ਭੱਜਦਾ। ਉਹਦਾ ਜਿਹੜਾ ਆਸਨ ਉੱਚਾ ਆਸਨ ਹੋ ਗਿਆ। ਉਦਾਸ ਦੇ ਇਹ ਵੀ ਅਰਥ ਹੁੰਦੇ ਨੇ ਕਿ ਉੱਚੇ ਆਸਨ ਤੇ ਬੈਠਾ ਹੈ। ਉੱਚਾ ਆਸਨ ਹੁੰਦਾ ਹੈ ਕਿ ਆਪਣੇ ਆਤਮ ਗਿਆਨ ਨੂੰ ਜਿਹਨਾਂ ਨੇ ਪ੍ਰਾਪਤ ਕਰ ਲਿਆ, ਉਹ ਉਦਾਸ ਕਹਿੰਦੇ ਨੇ, ਉਹਨਾਂ ਨੂੰ ਉਦਾਸੀ ਕਹਿੰਦੇ ਨੇ। ਠੀਕ ਹੈ ਜੀ। ਮਹਾਰਾਜ ਕਹਿੰਦੇ ਨੇ ਕਿ ਅੰਦਰ ਖੋਜੈ ਤਤ ਲਹੈ। ਜਿਨ੍ਹਾਂ ਨੇ ਅੰਦਰ ਨੂੰ ਦੇਖਿਆ ਹੈ, ਝਾਤੀ ਮਾਰੀ ਹੈ, ਉਹਨਾਂ ਨੂੰ ਹੀ ਤਤ ਦਾ ਗਿਆਨ ਹੁੰਦਾ ਹੈ। ਹਾਂਜੀ। पश्य भूत विकारान्
त्वं भूतमात्रान् यथार्थः तत् क्षणात् बंध निर्मुक्तः स्वरूपस्थः भविष्यस्। ਕਹਿੰਦੇ ਨੇ ਕਿ हे ਜਨਕ, ਭੂਤਾਂ ਦੇ ਕਾਰਜ ਭਾਵ ਪੰਜ ਜਿਹੜੇ ਤੱਤ ਨੇ, ਇਹਨਾਂ ਨੂੰ ਭੂਤ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਨਾਂ ਦੇ ਵਿੱਚ ਆਪਣੇ ਆਪ ਤਾਂ ਕੋਈ ਕਿਰਿਆ ਨਹੀਂ ਹੁੰਦੀ। ਜਦ ਤੱਕ ਇਹਦੇ ਵਿੱਚ ਆਤਮਾ ਦਾ ਪ੍ਰਗਟਾਵਾ ਨਹੀਂ ਹੁੰਦਾ ਸ਼ਕਤੀ ਰੂਪ ਦੇ ਵਿੱਚ, ਚੇਤਨ ਰੂਪ ਦੇ ਵਿੱਚ, ਤਦ ਤੱਕ ਇਹਦੇ ਵਿੱਚੋਂ ਹਰਕਤ ਨਹੀਂ ਹੁੰਦੀ। ਤੇ ਪੰਜ ਜਿਹੜੇ ਤੱਤ ਨੇ, ਇਹਨਾਂ ਨੂੰ ਜੜ ਮੰਨਿਆ ਗਿਆ ਹੈ। ਚੇਤਨ ਰੂਪ ਆਤਮਾ ਹੈ। ਕਹਿੰਦੇ ਨੇ ਜੜ ਨੂੰ ਤੂੰ ਅਸਤ ਮੰਨ, ਕਿਉਂਕਿ ਜੜ ਦਾ ਜਿਹੜਾ ਰੂਪ ਹੈ ਇਹ ਬਣਦਾ ਰਹਿੰਦਾ ਥੋੜੇ ਸਮੇਂ ਲਈ ਹੈ, ਤਾਂ ਫਿਰ ਇਹ ਜਿਹੜਾ ਆਪਣਾ ਸਰੂਪ ਛੱਡ ਦਿੰਦਾ ਹੈ। ਇਵੇਂ ਹੀ ਸਾਡੀ ਦੇਹ ਹੈ, ਇਵੇਂ ਸਾਡੇ ਜਿਹੜੇ ਸਖੀ ਸੰਬੰਧੀ ਨੇ ਉਹਨਾਂ ਦੀ ਦੇਹ ਹੈ। ਤੇ ਸਾਰਿਆਂ ਦਾ ਜਿਹੜਾ ਦੇਹ ਹੈ ਉਹ ਅਸਤ ਰੂਪ ਹੈ, ਭਾਵ ਮਾਇਆ ਹੈ, ਕਿਉਂਕਿ ਇਹਨਾਂ ਨੇ ਕਦੇ ਰਹਿਣਾ ਨਹੀਂ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾहेंगे। ਸੋ ਇਸ ਗਿਆਨ ਨੂੰ ਤੂੰ ਆਪਣੇ ਮਨ ਦੇ ਵਿੱਚ ਰੱਖ, ਭਾਵ ਆਪਣੇ ਮੌਤ ਨੂੰ ਚੇਤੇ ਰੱਖ ਕਿ ਇਹ ਜਿਹੜਾ ਸਰੀਰ ਹੈ ਇਹਨੇ ਮਰਨਾ ਜ਼ਰੂਰ ਹੈ। ਇਹ ਹਰ ਸਮੇਂ ਜੇ ਇਹ ਗਿਆਨ, ਕਹਿੰਦੇ ਨੇ ਕਿ ਜਿਨ੍ਹਾਂ ਨੇ ਇਸੇ ਚੀਜ਼ ਦਾ ਅਭਿਆਸ ਕਰ ਲੈਣਾ ਕਿ ਮੈਂ ਇਹ ਸਰੀਰ ਨੇ ਨਹੀਂ ਰਹਿਣਾ, ਉਹਨਾਂ ਨੂੰ ਆਤਮ ਗਿਆਨ ਹੋ ਜਾਂਦਾ, ਉਸੇ ਵੇਲੇ ਹੋ ਜਾਂਦਾ, ਕਿਉਂਕਿ ਉਹਨਾਂ ਦਾ ਦ੍ਰਿੜ ਹੋ ਜਾਂਦਾ ਇਹ ਗੱਲ। ਕਿਉਂਕਿ ਫਿਰ ਉਹਨਾਂ ਦਾ ਜਿਹੜਾ ਮਨ ਹੈ ਉਸ ਚੀਜ਼ ਦੇ ਨਾਲ ਜੁੜ ਜਾਂਦੀ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ। ਉਹ ਹੈ ਚੇਤਨ ਰੂਪ ਆਤਮਾ, ਸਤ ਚਿਤ ਆਨੰਦ ਜਿਹੜਾ ਸਰੂਪ ਹੈ, ਉਹਦੇ ਨਾਲ ਉਹਦੀ ਬਣੇ ਆਉਂਦੀ ਹੈ। ਸੋ ਇਵੇਂ ਹੀ ਰਾਜਾ ਜਨਕ ਜੀ ਦੱਸ ਰਹੇ ਨੇ ਕਿ ਤੂੰ ਆਪਣੇ ਮੌਤ ਨੂੰ, ਭਾਵ ਸਰੀਰ ਦੇ ਮੌਤ ਨੂੰ ਚੇਤੇ ਰੱਖ, ਤੇ ਇਹਦੇ ਨਾਲ ਤੇਰਾ ਵਿਰਾਗ ਜਿਹੜਾ ਹੈ ਬਣਿਆ ਰਹੇਗਾ। ਬੰਦਾ ਤਾਂ ਹੀ ਬਾਹਰ ਨੂੰ ਭੱਜਦਾ ਜਦ ਉਹਨੂੰ ਆਪਣਾ ਘਰ ਭੁੱਲ ਜਾਂਦਾ। ਠੀਕ ਹੈ ਜੀ। ਸੋ ਇਦਾਂ ਮਹਾਰਾਜ ਨੇ ਇੱਕ ਵਾਰੀ ਨਾ ਦ੍ਰਿਸ਼ਟਾਂਤ ਮੇਰੇ ਮਨ ਦੇ ਵਿੱਚ ਲਿਆ ਸੀ, ਤੇ ਉਹ ਇਸ ਪ੍ਰਕਾਰ ਸੀ ਕਿ ਕਿਸੇ ਨੇ ਇੱਕ ਬੜੀ ਸੋਹਣੀ ਕੋਠੀ ਪਾ ਲਈ, ਤੇ ਕੋਠੀ ਨੂੰ ਕਈ ਪ੍ਰਕਾਰ ਦੇ ਉਹ ਰੰਗ ਲਾਉਂਦਾ ਆ, ਸਮਾਨ ਸਮੱਗਰੀ ਲੈ ਕਰਕੇ ਉਹਨੂੰ ਸਜਾਉਂਦਾ। ਪਰ ਸਵੇਰੇ ਉੱਠ ਕਰਕੇ ਉਹਨੂੰ ਕੰਮ ਤੇ ਜਾਣਾ ਪੈਂਦਾ, ਤੇ ਉਹਦਾ ਮਨ ਬਿਲਕੁਲ ਨਹੀਂ ਕਰਦਾ ਕੰਮ ਤੇ ਜਾਣ ਦਾ। ਉਦੋਂ ਮੈਂ ਤਾਂ ਘਰ ਦੇ ਵਿੱਚ ਹੀ ਰਹਾਂ, ਮੈਂ ਇਹਨੂੰ ਕਿੰਨਾ ਸ਼ਿੰਗਾਰਿਆ ਹੋਇਆ ਹੈ, ਕਿੰਨੇ ਚੀਜ਼ਾਂ ਵਸਤੂਆਂ ਲੈ ਕਰਕੇ ਆਇਆ ਹਾਂ, ਪਰ ਉਹਨੂੰ ਫਿਰ ਵੀ ਕੋਈ ਚੀਜ਼ ਧੱਕਦੀ ਹੈ ਕਿ ਬਈ ਉਹਨੂੰ ਕੰਮ ਤਾਂ ਕਰਨਾ ਹੀ ਪੈਣਾ, ਬਾਹਰ ਤਾਂ ਜਾਣਾ ਹੀ ਪੈਣਾ। ਜੇ ਨਹੀਂ ਜਾਵਾਂਗੇ ਕੰਮ ਹੋਣਾ ਨਹੀਂ, ਘਰ ਦੇ ਵਿੱਚ ਤਾਂ ਰਹਿ ਨਹੀਂ ਸਕਦੇ। ਘਰ ਦਾ ਆਨੰਦ ਲੈਣ ਲਈ ਬਾਹਰ ਜਾਣਾ ਪੈਂਦਾ। ਪਰ ਜਦੋਂ ਬਾਹਰ ਜਾਂਦਾ ਆ ਤੇ ਉਹਨੂੰ ਹਮੇਸ਼ਾ ਘਰ ਦੀ ਯਾਦ ਆਉਂਦੀ ਹੈ ਕਿ ਯਾਰ ਮੈਂ ਘਰ ਜਾਣਾ, ਕਦੋਂ ਸਮਾਂ ਹੋਵੇ ਦਫ਼ਤਰ ਤੋਂ ਛੁੱਟਾਂ ਤਾਂ ਮੈਂ ਘਰ ਨੂੰ ਜਾਵਾਂ। ਪਰ ਕਦੇ ਇਸ ਚੀਜ਼ ਦਾ ਵਿਚਾਰ ਕਰੋ ਕਿ ਘਰ ਨੇ ਕਦੇ ਬੁਲਾਇਆ ਉਹਨੂੰ ਕਿ ਆ ਜਾ, ਕਿ ਤੂੰ ਮੇਰੇ ਉੱਤੇ ਬੜਾ ਆਪਣਾ ਪੈਸੇ ਖਰਚ ਕੀਤੇ ਆ, ਬੜੀ ਵਸਤੂਆਂ ਮੇਰੇ ਵਿੱਚ ਲੈ ਕਰਕੇ ਆਇਆ? ਕਦੇ ਘਰ ਨੇ ਉਹਨੂੰ ਬੁਲਾਇਆ ਹਾਕ ਮਾਰ ਕੇ ਵੀ ਤੂੰ ਆ ਜਾ ਵਾਪਸ, ਮੈਂ ਤੇਰੀ ਯਾਦ ਦੇ ਵਿੱਚ ਆ? ਬੰਦਾ ਹਮੇਸ਼ਾ ਘਰ ਦੇ ਬਾਰੇ ਸੋਚੀ ਜਾਂਦਾ, ਘਰ ਨਹੀਂ ਬੰਦੇ ਬਾਰੇ ਸੋਚ ਰਿਹਾ। ਇਵੇਂ ਸਰੀਰ ਪੰਜਾਂ ਤੱਤਾਂ ਦਾ ਬਣਿਆ, ਇਹ ਸਾਡਾ ਘਰ ਹੈ। ਇਹਨੂੰ ਅਸੀਂ ਜਿੰਨਾ ਮਰਜ਼ੀ ਲਿਸ਼ਕਾ ਕੇ ਰੱਖੀਏ, ਇਹਨਾਂ ਪੰਜਾਂ ਤੱਤਾਂ ਨੇ ਕਦੇ ਸਾਨੂੰ ਬੁਲਾਉਣਾ ਨਹੀਂ, ਕਦੇ ਯਾਦ ਨਹੀਂ ਰੱਖਣੀ। ਇਹਨੇ ਆਪਣੀ ਜਿਹੜੀ ਹੋਂਦ ਹੈ ਇਹਨੇ ਗਵਾ ਦੇਣੀ ਹੈ, ਭਾਵ ਆਤਮਾ ਨੂੰ ਇਹਨੇ ਕਦੇ ਨਹੀਂ ਬੁਲਾਉਣਾ। ਪਰ ਅਸੀਂ ਜੀਵ ਰੂਪ ਦੇ ਵਿੱਚ ਇਹਦਾ ਅਭਿਆਸ ਕਰੀ ਜਾਂਦੇ ਹਾਂ, ਹਾਏ ਮੇਰਾ ਸਰੀਰ, ਹਾਏ ਮੇਰਾ ਸਰੀਰ, ਮੈਂ ਇਹਨੂੰ ਰੱਖਣਾ ਚਾਹੁੰਦਾ ਜੀ। ਪਰ ਇਹਨਾਂ ਪੰਜਾਂ ਤੱਤਾਂ ਤੋਂ ਤਾਂ ਕਦੇ ਆਵਾਜ਼ ਨਿਕਲਿਆ ਨਹੀਂ ਕਿ ਇਹ ਜੀਵ, ਮੈਂ ਤੈਨੂੰ ਬੜਾ ਪ੍ਰੇਮ ਕਰਦਾ, ਤੂੰ ਮੇਰੇ ਵਿੱਚ ਹੀ ਰਹਿ, ਤੇ ਮੈਂ ਤੈਨੂੰ ਹਮੇਸ਼ਾ ਹੀ ਆਪਣੇ ਵਿੱਚ ਰੱਖਾਂਗੀ। ਇਦਾਂ ਦਾ ਕਦੇ ਵੀ ਨਹੀਂ ਹੋਇਆ। ਸੋ ਜਿਹੜੀ ਚੀਜ਼ ਨੂੰ ਸਾਡੇ ਨਾਲ ਪ੍ਰੇਮ ਹੀ ਹੈ ਨਹੀਂ, ਅਸੀਂ ਉਹਦੇ ਨਾਲ ਪ੍ਰੇਮ ਕਿਉਂ ਪਾਈਏ? ਘਰ ਨੇ ਕਦੇ ਸਾਨੂੰ ਆਵਾਜ਼ ਨਹੀਂ ਮਾਰੀ ਕਿ ਤੂੰ ਆ ਕਰਕੇ ਮੇਰੇ ਦੇ ਵਿੱਚ ਹੀ ਬਸ। ਇਵੇਂ ਸਰੀਰ ਵੀ ਕਦੇ ਸਾਨੂੰ ਇਹ ਹੱਕ ਨਹੀਂ ਮਾਰੂਗੀ। ਸੋ ਅਸੀਂ ਉਹਦੇ ਨਾਲ ਰਹਿਣਾ ਆ ਜਿਹੜਾ ਹਮੇਸ਼ਾ ਸਾਡੇ ਨਾਲ ਰਹਿੰਦਾ। ਠੀਕ ਹੈ ਜੀ। ਸੋ ਉਹ ਹੈ ਆਤਮ ਗਿਆਨ ਦੀ ਸਥਿਤੀ, ਕਿ ਜਾਣ ਲੈਣਾ ਕਿ ਕਿਹੜੀ ਵਸਤੂ ਮੈਨੂੰ ਬੁਲਾਉਂਦੀ ਹੈ, ਕਿਹੜੀ ਨਹੀਂ ਬੁਲਾਉਂਦੀ। ਜਿਹੜੀ ਹਮੇਸ਼ਾ ਹੀ ਰਹਿਣ ਵਾਲੀ ਹੈ ਵਸਤੂ, ਉਹਦੇ ਨਾਲ ਰਹਿਣਾ ਹੈ। ਹਾਂਜੀ। ਸੋ ਮਹਾਰਾਜ ਕਹਿੰਦੇ ਨੇ ਕਿ ਪੰਜ ਤਤ ਕਾ ਰਚਨ ਰਚਾਨਾ, ਇਹ ਸਾਰੀ ਸ੍ਰਿਸ਼ਟੀ ਤੇ ਇਹ ਜਿਹੜੀ ਦੇਹ ਹੈ, ਸਰੀਰ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪੰਜ ਤੱਤ ਮਿਲ ਦੇਹੀ ਕਾ ਆਕਾਰ। ਇਹਨਾਂ ਪੰਜਾਂ ਤੱਤਾਂ ਨੂੰ ਮਿਲਾ ਕਰਕੇ ਮਹਾਰਾਜ ਨੇ ਇੱਕ ਆਕਾਰ ਬਣਾਇਆ, ਜਿਹਦੇ ਕਰਕੇ ਅਸੀਂ ਸਾਰੇ ਵੱਖੋ ਵੱਖਰੇ ਦਿਸਦੇ ਹਾਂ। ਸਾਰਿਆਂ ਦੇ ਫਿੰਗਰਪ੍ਰਿੰਟ ਵੱਖਰੇ ਨੇ, ਸਾਰਿਆਂ ਦਾ ਆਈਰਿਸ ਸਕੈਨ ਲੈਂਸ ਜਿਹੜਾ ਹੈ ਉਹ ਡਿਫਰੈਂਟ ਹੈ। ਫਿਰ ਮਨ ਹਰ ਕੀਆ ਤਨ ਸਭ
ਸਾਜਿਆ, ਪੰਜ ਤਤ ਰਚ ਜੋਤ ਨਿਵਾਜਿਆ। ਕਹਿੰਦੇ ਨੇ ਕਿ ਮਨ ਫਿਰ ਮਹਾਰਾਜ ਨੇ ਸਾਜਿਆ ਤੇ ਇਹ ਧਨ ਸਾਜਿਆ, ਸਰੀਰ ਦੇ ਵਿੱਚ ਮਹਾਰਾਜ ਨੇ ਮਨ ਬਣਾ ਲਿਆ ਤੇ ਪੰਜ ਤਤ ਰਚ ਜੋਤ ਨਿਵਾਜਿਆ, ਤੇ ਇਹਦੇ ਵਿੱਚ ਜੋਤ ਦਾ ਨਿਵਾਜ ਜਿਹੜਾ ਆ ਨਿਵਾਸ ਬਖਸ਼ਿਆ। ਹੁਣ ਮਹਾਰਾਜ ਆਪ ਆਤਮਾ ਰੂਪ ਹੋ ਕਰਕੇ ਇਸ ਸਰੀਰ ਦੇ ਵਿੱਚ ਬੈਠੇ ਨੇ। ਫਿਰ ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦ ਆਪ ਬੰਧਾਵੈ। ਪਰ ਇਸ ਬੰਦੇ ਨੇ ਕੀ ਕੀਤਾ, ਜੀਵ ਨੇ ਕੀ ਕੀਤਾ, ਵਿਸਰ ਜਾਣ ਵਾਲੀ ਜਿਹੜੀ ਵਸਤੂ ਸੀ, ਸਰੀਰ ਨੂੰ ਆਪਣੇ ਆਪ ਮੰਨ ਲਿਆ ਕਿ ਮੈਂ ਤਾਂ ਸਰੀਰ ਹਾਂ। ਪਰ ਜੇ ਮੈਂ ਸਰੀਰ ਹਾਂ ਤੇ ਮਹਾਰਾਜ ਦੱਸਦੇ ਆ ਕਿ ਉਹ ਵਸਤੂ ਜਿਹੜੇ ਹਮੇਸ਼ਾ ਰਹਿਣ ਵਾਲੀ, ਜਿਹਦੇ ਵਿੱਚ ਕੋਈ ਬਦਲਾਵ ਨਹੀਂ, ਤੂੰ ਉਹ ਹੈ। ਪਰ ਸਰੀਰ ਦੇ ਵਿੱਚ ਤਾਂ ਬਾਲ ਅਵਸਥਾ ਦੇ ਵਿੱਚ ਕਿਸੇ ਹੋਰ ਢੰਗ ਦਾ ਸੀ, ਹੁਣ ਕਿਸੇ ਹੋਰ ਢੰਗ ਦੇ ਵਿੱਚ ਹੈ, ਬੁਢੇਪੇ ਦੇ ਵਿੱਚ ਜਾ ਕਰਕੇ ਹੋਰ ਢੰਗ ਦਾ ਹੋਵੇਗਾ। ਜਾਂ ਕਿਸੇ ਦਾ ਹੱਥ ਕੱਟ ਗਿਆ, ਪੈਰ ਕੱਟ ਗਿਆ, ਉਹ ਇਹ ਤਾਂ ਨਹੀਂ ਕਹਿ ਰਿਹਾ ਕਿ ਮੇਰਾ ਥੋੜਾ ਜਿਹਾ ਪੋਰਸ਼ਨ ਮੇਰੇ ਤੋਂ ਨਿਕਲ ਗਿਆ, ਉਹ ਤਾਂ ਆਪਣੇ ਆਪ ਨੂੰ ਫਿਰ ਵੀ ਉਸੇ ਪ੍ਰਕਾਰ ਨਾਲ ਮੰਨਦਾ ਮੈਂ ਪੂਰਾ ਹਾਂ। ਪਰ ਫਿਰ ਮੇਰੀ ਪੂਰੀ ਚੀਜ਼ ਕੌਣ ਹੈ, ਹਮੇਸ਼ਾ ਰਹਿਣ ਵਾਲੀ ਚੀਜ਼ ਜਿਹੜੀ ਹੈ ਉਹ ਮੈਂ ਹਾਂ, ਉਹ ਆਤਮਾ ਹੈ। ਸੋ ਇਹੀ ਚੀਜ਼ ਹੁਣ ਅਸ਼ਟਾਵਕਰ ਮਹਾਰਾਜ ਰਾਜਾ ਜਨਕ ਜੀ ਨੂੰ ਦੱਸ ਰਹੇ ਨੇ, ਤੇ ਇਸੇ ਚੀਜ਼ ਦਾ ਅਭਿਆਸ ਰਾਜਾ ਜਨਕ ਜੀ ਨੇ ਕੀਤਾ, ਜਿਹਦੇ ਕਰਕੇ ਉਹਨਾਂ ਨੇ ਆਪਣੇ ਆਤਮ ਗਿਆਨ ਨੂੰ ਹਮੇਸ਼ਾ ਹੀ ਸਥਿਰ ਰੱਖਿਆ, ਜਿਹਦੇ ਕਰਕੇ ਉਹ ਹਮੇਸ਼ਾ ਹੀ ਵੈਰਾਗ ਦੇ ਵਿੱਚ ਰਹੇ ਨੇ। ਤੇ ਉਦ ਆਸਨ, ਉੱਚੇ ਆਸਣ ਦੇ ਉੱਤੇ ਬੈਠ ਕਰਕੇ ਉਹ ਦ੍ਰਿਸ਼ਟਾ ਰੂਪ ਦੇ ਵਿੱਚ ਸੰਸਾਰ ਨੂੰ ਦੇਖਦੇ ਰਹੇ। ਕਹਿੰਦੇ ਨਾ ਕਿ ਜਿੰਨਾ ਕੁ ਉੱਚਾ ਚੱਲ ਜਾਂਗੇ ਉਨਾ ਸਾਫ਼ ਦਿਸਦਾ ਹੈ ਨਾ। ਜੇ ਥੱਲੇ ਬੈਠਦੇ ਹਾਂ ਸਾਨੂੰ ਜ਼ਿਆਦਾ ਦੂਰ ਤੱਕ ਨਹੀਂ ਦਿਸਦਾ, ਥੋੜਾ ਉੱਚਾ ਚੱਲ ਜਾਈਏ ਫਿਰ ਥੋੜੇ ਹੋਰ ਦੂਰ ਤੱਕ ਦਿਸਦਾ। ਤੇ ਇਸ ਪ੍ਰਕਾਰ ਜਿਹੜੇ ਤਾਂ ਧਰਤੀ ਦੇ ਉੱਤੇ ਹੈ ਇੱਕਦਮ, ਉਹਨਾਂ ਨੂੰ ਸਾਰਾ ਹੀ ਧਰਤੀ ਦਿਸਦਾ। ਇਵੇਂ ਜਿਹੜੇ ਉਦ ਆਸਣ ਦੇ ਉੱਤੇ ਬੈਠੇ ਨੇ, ਆਤਮ ਗਿਆਨ ਦੀ ਪਦਵੀ ਦੇ ਉੱਤੇ ਬੈਠੇ ਨੇ, ਉਹਨਾਂ ਨੂੰ ਸਾਰਿਆਂ ਦੇ ਵਿੱਚ ਆਤਮਾ ਹੀ ਦਿਸਦਾ, ਕਿਉਂਕਿ ਉਹ ਇੰਨੇ ਉੱਚੇ ਬੈਠੇ ਨੇ। ਉਹਨਾਂ ਨੂੰ ਸਾਰ ਤੱਤ ਜਿਹੜਾ ਆ ਉਹ ਦਿਸਣ ਲੱਗ ਜਾਂਦਾ, ਸਪਸ਼ਟ ਰੂਪ ਦੇ ਵਿੱਚ ਉਹਨਾਂ ਨੂੰ ਸਭ ਕੁਝ ਦਿਖ ਰਿਹਾ। ਸੋ ਇੱਥੇ ਆਪਾਂ ਵਿਸ਼ਰਾਮ ਲਾਉਂਦੇ ਹਾਂ। ਹਾਂਜੀ, ਇੱਕ ਹੋਰ ਰਹਿੰਦਾ। ਹਾਂਜੀ, ਪੜੋ। वासना एव संसार इक सर्वा विमुंचता, त्यागो वासना त्यागा स्थित अद्य यथा तथा। कि वासना ही संसार है। ਭਾਵ ਵਾਸ਼ਨਾ ਕੀ ਹੈ, ਡਿਜ਼ਾਇਰਸ, ਕਿ ਇਹ ਕਰਨਾ ਉਹ ਕਰਨਾ, ਕਿਉਂਕਿ ਜਿੱਥੇ ਦਵੰਦ ਕ੍ਰੀਏਟ ਹੋ ਗਿਆ ਉਹੀ ਸੰਸਾਰ ਹੈ। ਜਿੱਥੇ ਸੁਦੇ ਸਿੱਧ ਸਹਿਜ ਅਵਸਥਾ ਦੇ ਵਿੱਚ ਜੋ ਹੋ ਰਿਹਾ ਉਹ ਹੁਕਮ ਹੈ, ਉਹ ਮਹਾਰਾਜ ਕਰ ਰਹੇ ਨੇ। ਜਿੱਥੇ ਮੈਨੂੰ ਸੋਚਣਾ ਪੈ ਰਿਹਾ ਇਹ ਕਰੋ ਜੀ, ਉਹ ਕਰੋ, ਇਹ ਨਾ ਕਰੋ, ਫਿਰ ਉਹਦੇ ਬਾਅਦ ਉਹਦੇ ਫਲ ਦੇ ਪ੍ਰਤੀ ਧਿਆਨ ਲਾਣਾ, ਇੰਨਾ ਮੈਨੂੰ ਮਿਲਣਾ ਚਾਹੀਦਾ ਸੀ, ਇੰਨਾ ਨਹੀਂ ਮਿਲਣਾ ਚਾਹੀਦਾ ਸੀ, ਉਹ ਫਿਰ ਦਵੰਦ ਦਾ ਕਾਰਨ ਹੈ, ਉਹ ਹਉਮੈ ਦਾ ਪ੍ਰਗਟਾਵਾ ਹੈ, ਉੱਥੇ ਅਸੀਂ ਫਸ ਜਾਂਦੇ ਹਾਂ। ਸੋ ਮਹਾਰਾਜ ਦੱਸ ਰਹੇ ਨੇ ਕਿ ਸੰਸਾਰ ਵਿਖਿਆ ਕੂਪ, ਸੰਸਾਰ ਹੀ ਵਿਸ਼ਿਆਂ ਦਾ ਖੂਹ ਹੈ, ਘਰ ਹੈ, ਸਰੋਤ ਹੈ। ਭਾਵ ਜਿੱਥੇ ਵਿਸ਼ੇ ਵਿਕਾਰ ਆ ਗਏ, ਦਵੰਦ ਪ੍ਰਗਟ ਹੋ ਗਿਆ, ਉੱਥੇ ਹੀ ਸੰਸਾਰ ਹੈ, ਉੱਥੇ ਹੀ ਸੰਸਾਰ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ, ਉਹਨਾਂ ਦੀ ਬੁਝਦੀ ਹੈ ਜਿਹੜੇ ਆਪਣੇ ਵੇਦ ਸ਼ਾਸਤਰ ਦਾ ਅਧਿਐਨ ਕਰਦੇ ਨੇ ਤੇ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਨੇ, ਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਜਾਣਦੇ ਨੇ, ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹਨਾਂ ਦੇ ਵਿੱਚ ਦਵੰਦ ਨਹੀਂ ਰਹਿੰਦਾ। ਤੇ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ, ਹੁਣ ਸਾਰਿਆਂ ਦੇ ਡਿਜ਼ਾਇਰਸ, ਸਾਡੇ ਪੂਰੇ ਦਿਨ ਦੇ ਵਿੱਚ ਸਾਨੂੰ ਕਿੰਨੇ ਡਿਜ਼ਾਇਰਸ ਉਤਪੰਨ ਹੁੰਦੇ ਆ, ਹੈ ਨਾ। ਚਲਤ ਬਹੁ ਪ੍ਰਕਾਰ, ਕਈ ਰੰਗ ਤਰੀਕੇ ਦੇ ਨਾਲ ਇਹ ਡਿਜ਼ਾਇਰ ਜਿਹੜੇ ਮਨ ਦੇ ਵਿੱਚ ਉੱਠਦੇ ਨੇ। ਪੂਰਨ ਹੋਤ ਨ ਕਤਹੂ ਬਾਤ ਹੈ ਅੰਤ ਪ੍ਰਤਿਹਾਰ, ਤੇ ਸਾਰੇ ਡਿਜ਼ਾਇਰਸ ਤਾਂ ਮਰਨ ਵੇਲੇ ਤੱਕ ਨਹੀਂ ਸਾਰੇ ਪੂਰੇ ਹੁੰਦੇ, ਤੇ ਜਿਨ੍ਹਾਂ ਦੇ ਅੰਤ ਤੱਕ ਨਹੀਂ ਪੂਰੇ ਹੁੰਦੇ ਉਹਨਾਂ ਨੂੰ ਫਿਰ ਆਉਣਾ ਪੈਂਦਾ, ਉਹ ਜਨਮ ਦਾ ਕਾਰਨ ਫਿਰ ਬਣ ਜਾਂਦਾ ਹੈ। ਕਿਉਂਕਿ ਜਨਮ ਤਦ ਤੱਕ ਰਹੇਗਾ ਜਦ ਤੱਕ ਕਰਮਾਂ ਦਾ ਬੀਜ ਮਨ 'ਚ ਹੁੰਦਾ। ਅੰਤःਕਰਨ ਦੇ ਵਿੱਚ ਜਦ ਤੱਕ ਕਰਮ ਰਹਿਣਗੇ, ਭਾਵ ਜਦ ਤੱਕ ਸਰੀਰ ਨੂੰ ਕਰਤਾ ਮੰਨਾਂਗੇ, ਤਦ ਤੱਕ ਸਾਡਾ ਜਨਮ ਮਰਨ ਹੁੰਦੇ ਰਹੂਗਾ। ਕਿਉਂਕਿ ਮਨ ਦੇ ਵਿੱਚ ਜਿਹੜੇ ਕਾਮਨਾਵਾਂ ਨੇ, ਜੋ ਮਹਾਰਾਜ ਕਹਿੰਦੇ ਨੇ ਕਿ ਜੋ ਆਪਾਂ ਗੁਰੂ ਤੋਂ ਮੰਗਾਂਗੇ ਉਹ ਪੂਰਾ ਹੁੰਦਾ। ਸੋ ਇਹ ਬੰਦਾ ਹਰ ਇੱਕ ਡਿਜ਼ਾਇਰ ਗੁਰੂ ਤੋਂ ਪੁੱਛੀ ਜਾਂਦਾ, ਮਹਾਰਾਜ ਮੈਨੂੰ ਇਹ ਦੇ ਦਿਓ ਜੀ, ਇਹ ਦੇ ਦਿਓ। ਮਹਾਰਾਜ ਕਹਿੰਦੇ ਚੱਲ ਬਈ ਹੋ ਜਾ ਤਗੜਾ, ਅਗਲਾ ਜਨਮ ਦੇ ਵਿੱਚ ਤੂੰ ਆਹ ਭੁੱਖ ਲੈਣੀ। ਤੇ ਜੇ ਤਾਂ ਇਹ ਮੰਗੀਏ ਕਿ ਮਹਾਰਾਜ ਆਪਣੇ ਵਿੱਚ ਲੀਨ ਕਰੋ, ਫਿਰ ਮਹਾਰਾਜ ਦੇਖੋ ਕਿਹੋ ਜਿਹੀ ਖੇਡ ਖੇਡਦੇ ਆ।
ਫਿਰ ਆਨੰਦ ਆਉਂਦਾ ਅਸਲ ਵਿੱਚ ਰਹਿਣ ਦਾ। ਫਿਰ ਇਹ ਜਨਮ ਹੀ ਇੰਨਾ ਮਹਾਰਾਜ ਜੀ ਸੂਖਮ ਰੂਪ ਦੇ ਵਿੱਚ ਲੰਘਾ ਦਿੰਦੇ ਨੇ ਨਾ ਕਿ ਹਰ ਇੱਕ ਪਲ ਆਨੰਦ ਦੇ ਵਿੱਚ ਵਰਤਦਾ। ਨਹੀਂ ਤਾਂ ਇਹੋ ਜਿਹੇ ਹਜ਼ਾਰ ਜਨਮ ਲੈ ਲਓ ਜਿੱਥੇ ਕੋਠੀਆਂ ਕਾਰਾਂ ਮਕਾਨ ਸਾਰਾ ਕੁਝ ਹੋਵੇ, ਉਹਦੇ ਵਿੱਚ ਵੀ ਉਹ ਆਨੰਦ ਨਹੀਂ ਰਹਿੰਦਾ ਜਿੱਥੇ ਇੱਕ ਜਨਮ ਦੇ ਵਿੱਚ ਕਿ ਆਤਮ ਗਿਆਨ ਨੂੰ ਕੋਈ ਪ੍ਰਾਪਤ ਕਰ ਸਕਦਾ। ਇਹ ਹੋ ਸਕਦਾ ਹੈ ਕਿ ਇੱਕ ਇਸੇ ਜਨਮ ਦੇ ਵਿੱਚ ਸਾਡਾ ਜਿਹੜਾ ਪਾਰ ਉਤਾਰਾ ਹੋ ਜਾਵੇ। ਮੈਂ ਕਿਉਂ ਇਹ ਗੱਲ ਕਹਿ ਰਿਹਾ ਤੇ ਬੜੇ ਦ੍ਰਿੜਤਾ ਨਾਲ ਗੱਲ ਕਰ ਰਿਹਾ, ਕਿਉਂਕਿ ਮੇਰਾ ਗੁਰੂ ਸਮਰੱਥ ਹੈ। ਜੇ ਗੁਰੂ ਕਾਮਲ ਨਾ ਹੋਵੇ, ਗੁਰੂ ਨਾ ਪੂਰਾ ਹੋਵੇ, ਤਾਂ ਫਿਰ ਮੇਰਾ ਇਹ ਗੱਲ ਕਹਿਣ ਦਾ ਬਣਦਾ ਨਹੀਂ। ਮੈਨੂੰ ਪਤਾ ਮੇਰਾ ਗੁਰੂ ਕਰ ਸਕਦਾ। ਸੋ ਇਹ ਨਿਸ਼ਚੈ ਆਪਣੇ ਗੁਰੂ ਤੇ ਰੱਖਣਾ ਕਿ ਚਾਹੇ ਮੈਂ ਜਿੰਨੇ ਪਾਪ ਕਰਮ ਪਿਛਲੇ ਕਮਾਏ ਹਨ, ਪਰ ਮੇਰਾ ਹੁਣ ਗੁਰੂ ਸਮਰੱਥ ਹੈ, ਉਹ ਮੈਨੂੰ ਪਾਪਾਂ ਪੁੰਨਾਂ ਤੋਂ ਜਿਹੜਾ ਇਹ ਖੇਡ ਹੈ, ਉਸ ਤੋਂ ਮੈਨੂੰ ਪਾਰ ਉਤਾਰਾ ਜ਼ਰੂਰ ਦੇਵੇਗਾ ਤੇ ਆਪਣੇ ਸਰੂਪ ਦੇ ਜ਼ਰੂਰ ਲੀਨ ਕਰੇਗਾ। ਇਹ ਆਪਣੇ ਗੁਰੂ ਦੇ ਉੱਤੇ ਸ਼ਰਧਾ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ, ਸੋ ਇੱਥੇ ਆਪਾਂ ਵਿਸ਼ਰਾਮ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।